ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਕਰਨ ਦਾ ਸਮਾਂ ਮਿਲਦਾ ਹੈ। ਕੁਝ ਸਿੱਖ ਕੇ, ਕੁਝ ਪੜ੍ਹ ਕੇ, ਕੁਝ ਸਿਖਾ ਕੇ ਇੱਕ ਦੂਜੇ ਕੋਲੋਂ ਸਤਸੰਗਤ ਰੂਪੀ ਸਾਗਰ ਵਿੱਚ ਚੁੱਭੀਆਂ ਮਾਰ ਕੇ ਕੁਝ ਹੀਰੇ ਰਤਨ ਜਵਾਹਰ ਚੁਗਣ ਦਾ ਯਤਨ ਕਰਦੇ ਹਾਂ। ਅੱਜ ਦਾ ਸਾਡਾ ਵਿਸ਼ਾ ਗੁਰਮਤਿ ਸੰਗੀਤ ਨਾਲ ਸੰਬੰਧਿਤ ਹੈ। ਗੁਰਬਾਣੀ ਰਾਗਾਂ ਵਿੱਚ ਲਿਖੀ ਹੋਈ ਹੈ। ਗੁਰਬਾਣੀ ਨੂੰ ਗਾਇਨ ਕਰਨ ਦਾ ਸਿੱਖ ਰਹਿਤ ਮਰਦਾ ਵਿੱਚ ਵੀ ਹਦਾਇਤ ਕੀਤੀ ਗਈ ਹੈ ਕਿ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਕੀਰਤਨ ਆਖਦੇ ਹਨ। ਰਾਗ ਸੰਗੀਤ ਡੂੰਘਾ ਸੰਬੰਧ ਹੈ। ਇਸ ਵਿਸ਼ੇ ਨੂੰ ਸਾਡੇ ਨਾਲ ਸਾਂਝਾ ਕਰ ਰਹੇ ਹਨ ਵੀਰ ਸੁਰਜੀਤ ਸਿੰਘ ਜੀ ਚੰਡੀਗੜ੍ਹ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਸ ਵਿਸ਼ੇ ਨੂੰ ਸਾਡੇ ਸਾਹਮਣੇ ਆਪਣੇ ਵਿਚਾਰ ਰੱਖਣ। ਇਸ ਵਿਸ਼ੇ ਉੱਤੇ ਗੁਰਬਾਣੀ ਵਿੱਚ ਗੁਰਮਤਿ ਸੰਗੀਤ ਦੀ ਕੀ ਮਹੱਤਤਾ ਹੈ, ਇਹ ਵਿਸ਼ਾ ਸਰਦਾਰ ਸੁਰਜੀਤ ਸਿੰਘ ਜੀ ਸਾਡੇ ਨਾਲ ਸਾਂਝਾ ਕਰ ਰਹੇ ਹਨ। ਵੀਰ ਸੁਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਜੀ, ਅੱਜ ਅਸੀਂ ਜੋ ਮੈਨੂੰ ਟੌਪਿਕ ਮਿਲਿਆ ਹੈ ਕਿ ਗੁਰਬਾਣੀ ਸੰਗੀਤ ਜਾਂ ਗੁਰਮਤਿ ਸੰਗੀਤ ਕਰੀਏ, ਉਸ ਵਿਸ਼ੇ 'ਤੇ ਮੈਂ ਬੋਲਣਾ ਹੈ ਜੀ। ਸੋ ਆਓ, ਵਿਸ਼ਾ ਆਰੰਭ ਕਰਨ ਤੋਂ ਪਹਿਲਾਂ ਅਸੀਂ ਮੂਲ ਮੰਤਰ ਦਾ ਪਾਠ ਆਰੰਭਤਾ ਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਅੱਗੇ ਆਪਣੇ ਵਿਸ਼ੇ ਵੱਲ ਤੁਰਦੇ ਹਾਂ। ਸੋ ਆਓ ਪਿਆਰ ਨਾਲ ਮੂਲ ਮੰਤਰ ਦਾ ਪਾਠ ਸੁਣੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋ ਸਭ ਤੋਂ ਪਹਿਲਾਂ ਆਪ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇ ਦੇ ਵਿੱਚ ਅਸੀਂ ਕੁਝ ਕੁ ਗੱਲਾਂ ਗੁਰਬਾਣੀ ਸੰਗੀਤ ਬਾਰੇ ਕਰਾਂਗੇ ਤੇ ਉਹਦੀ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਇੰਟਰੋਡਕਸ਼ਨ ਦੇ ਦੇਵਾਂ ਕਿ ਕਿਸ ਕਿਸ ਵਿਸ਼ੇ ਨੂੰ ਮੈਂ ਅੱਜ ਇਸ ਸੈਸ਼ਨ ਦੇ ਰਾਹੀਂ ਚੁਣਿਆ ਹੈ ਆਪ ਜੀ ਤੱਕ ਪਹੁੰਚਾਉਣ ਦੇ ਲਈ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਗੁਰਮਤਿ ਸੰਗੀਤ ਜਾਂ ਕੀਰਤਨ ਹੈ ਕੀ, ਉਸ ਵਿਸ਼ੇ ਤੇ ਆਪ ਜੀ ਨਾਲ ਸਾਂਝ ਪਾਵਾਂਗਾ। ਉਸ ਤੋਂ ਬਾਅਦ ਦੂਸਰਾ ਹੋਏਗਾ ਜੀ ਕੀਰਤਨ ਕਰਨ ਵਾਲਿਆਂ ਲਈ ਕਿਹੜੀਆਂ ਕਿਹੜੀਆਂ ਜ਼ਰੂਰੀ ਗੱਲਾਂ ਹੈਗੀਆਂ ਜਿਹਦਾ ਕਿ ਕੀਰਤਨ ਕਰਨ ਵਾਲੇ ਨੇ ਧਿਆਨ ਰੱਖਣੀਆਂ ਹਨ ਕੀਰਤਨ ਕਰਨ ਦੇ ਦੌਰਾਨ ਜਾਂ ਸਿਖਲਾਈ ਦੇ ਦੌਰਾਨ, ਉਸ ਵਿਸ਼ੇ ਨੂੰ ਆਪਾਂ ਟੱਚ ਕਰਾਂਗੇ। ਥਰਡ ਹੈ ਜੀ ਪੜਤਾਲ ਸ਼ੈਲੀ ਬਾਰੇ ਥੋੜੀ ਜਿਹੀ ਜਾਣਕਾਰੀ। ਫਿਰ ਜਿਹੜਾ ਕਿ ਸਭ ਤੋਂ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਬੜਾ ਕਾਮਨ ਕੁਐਸਚਨ ਹੈ ਕਿ ਗੁਰਬਾਣੀ ਅਨੁਸਾਰ ਕਿਹੜਾ ਕੀਰਤਨੀਆ ਜਾਂ ਰਾਗੀ ਸਿੰਘ ਚੰਗਾ ਹੈ, ਉਸ ਵਿਸ਼ੇ ਨੂੰ ਆਪਾਂ ਟੱਚ ਕਰਾਂਗੇ। ਤੇ ਪੰਜਵਾਂ ਹੋਏਗਾ ਗੁਰੂ ਸਾਹਿਬਾਨਾਂ ਦੁਆਰਾ ਚਲਾਈ ਕੀਰਤਨ ਚੌਕੀ ਪਰੰਪਰਾ ਹੈ ਕੀ, ਉਸ ਵਿਸ਼ੇ ਬਾਰੇ ਆਪਾਂ ਚਾਨਣਾ ਪਾਵਾਂਗੇ। ਸੋ ਆਓ ਜੀ ਆਪਾਂ ਆਰੰਭ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਗੁਰਮਤਿ ਸੰਗੀਤ। ਇਸ ਨੂੰ ਸਿੱਖ ਪੰਥ ਦੇ ਵਿੱਚ ਹੋਰ ਵੀ ਬੜੇ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਆਮ ਸ਼ਬਦਾਂ 'ਚ ਅਸੀਂ ਕਹਿੰਦੇ ਕੀਰਤਨ, ਸ਼ਬਦ ਕੀਰਤਨ ਜਾਂ ਗੁਰਬਾਣੀ ਸੰਗੀਤ ਜਾਂ ਸਿੱਖ ਸੰਗੀਤ। ਅਤੇ ਗੁਰਮਤਿ ਸੰਗੀਤ ਦਾ ਜੇ ਤੁਸੀਂ ਪਿਛੋਕੜ ਦੇਖੀਏ, ਆਪਾਂ ਇਤਿਹਾਸਕ ਪੱਖ ਦੇਖੀਏ
ਤਾਂ ਇਹ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਭਾਈ ਵੀਰ ਸਿੰਘ ਜੀ ਨੇ ਕੀਤੀ ਆਪਣੀਆਂ ਲਿਖਤਾਂ ਦੇ ਵਿੱਚ। ਸੋ ਆਓ ਹੁਣ ਅੱਗੇ ਚੱਲਦੇ ਹਾਂ। ਗੁਰਮਤਿ ਸੰਗੀਤ। ਗੁਰਮਤਿ ਸੰਗੀਤ ਦੇ ਵਿੱਚ ਦੋ ਪਾਰਟ ਨੇ, ਇੱਕ ਤਾਂ ਸੰਗੀਤ ਹੈ, ਦੂਸਰਾ ਹੈ ਗੁਰਬਾਣੀ। ਤੇ ਦੋਨੋਂ ਹੀ ਬੜੇ ਅਹਿਮ ਪਾਰਟ ਨੇ। ਜੇ ਉਂਝ ਅਸੀਂ ਗੱਲ ਕਰੀਏ ਕਿ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਉਹਦੇ ਵਿੱਚ ਜਿਹੜੇ ਵਰਡਸ ਨੇ, ਜਿਹੜੇ ਉਹਨਾਂ ਦੇ ਰਚਨਾਵਾਂ ਜਾਂ ਆਪਾਂ ਕਹਿ ਲਈਏ ਕਿ ਜਿਹੜੇ ਵੀ ਉਹਨਾਂ ਦੀਆਂ ਬੰਦਿਸ਼ਾਂ ਨੇ, ਉਹਦੇ ਵਿੱਚ ਵਰਡਸ ਦੀ ਇੰਨੀ ਅਹਿਮੀਅਤ ਨਹੀਂ ਹੈ ਜਿੰਨੀ ਕਿ ਸਵਰਾਂ ਦੀ ਅਹਿਮੀਅਤ। ਪਰ ਗੁਰੂ ਸਾਹਿਬ ਨੇ ਸਾਨੂੰ ਇੱਥੇ ਦੋਨੋਂ ਚੀਜ਼ਾਂ ਵੱਲ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਇਸ ਵੱਲ ਸਾਨੂੰ ਸਾਡਾ ਧਿਆਨ ਪ੍ਰੇਰਿਤ ਕੀਤਾ ਹੈ ਕਿ ਸੰਗੀਤ ਜਿੱਥੇ ਜ਼ਰੂਰੀ ਹੈ ਉੱਥੇ ਗੁਰਬਾਣੀ ਦੀ ਵੀ ਅਹਿਮੀਅਤ ਉਨੀ ਹੀ ਹੈ। ਸੋ ਅੱਗੇ ਚੱਲਦੇ ਹਾਂ। ਸੰਗੀਤ ਕੀ ਹੈ? ਆਮ ਸ਼ਬਦਾਂ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਕਿ ਦੋ ਸ਼ਬਦਾਂ ਦੇ ਮੇਲ ਨਾਲ ਇਹ ਜਿਹੜਾ ਵਰਡ ਸਾਨੂੰ ਮਿਲਦਾ ਹੈ, ਸੰਗ ਜਮਾ ਗੀਤ। ਸੰਗ ਤੋਂ ਭਾਵ ਹੈ ਉੱਤਮ ਅਤੇ ਗੀਤ ਤੋਂ ਭਾਵ ਹੈ ਗਾਇਨ। ਸੋ ਇਹਨੂੰ ਜਦੋਂ ਇਕੱਠਾ ਕਰਕੇ ਇਹਦੇ ਮੀਨਿੰਗ ਵੱਲ ਚੱਲਾਂਗੇ ਅਸੀਂ ਤੇ ਸੋ ਸਾਨੂੰ ਮੀਨਿੰਗ ਇਹ ਪ੍ਰਾਪਤ ਹੋਏਗਾ, ਉੱਤਮ ਗਾਇਨ ਹੀ ਸੰਗੀਤ ਹੈ। ਅਤੇ ਹੋਰ ਇਹਨੂੰ ਥੋੜਾ ਹੋਰ ਖੋਲਾਂਗੇ ਤੇ ਅੱਗੇ ਸਾਨੂੰ ਇਹ ਪ੍ਰਾਪਤ ਹੋਏਗਾ ਕਿ ਸੁਰ ਅਤੇ ਤਾਲ ਦਾ ਜਿਹੜਾ ਸੁਮੇਲ ਹੈ ਉਹ ਸੰਗੀਤ ਕਹਿਲਾਂਗੇ। ਸੰਗੀਤ ਦੇ ਦੋ ਆਧਾਰ ਨੇ ਜਿਹੜੇ ਕਿ ਬੜੇ ਹੀ ਇੰਪੋਰਟੈਂਟ ਨੇ। ਪਹਿਲਾ ਹੈ ਸੁਰ ਅਤੇ ਦੂਸਰਾ ਹੈ ਤਾਲ। ਸੋ ਇੱਕ ਸਿੱਖਿਆਰਥੀ ਦੇ ਲਈ, ਇੱਕ ਅਭਿਆਸੀ ਦੇ ਲਈ, ਜਾਂ ਜਿਨ੍ਹਾਂ ਨੇ ਕੀਰਤਨ ਆਰੰਭ ਕਰਨਾ ਹੈ ਸਿੱਖਣਾ, ਉਹਨਾਂ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ? ਤੇ ਉਹਦੇ ਵਿੱਚੋਂ ਮੈਂ ਕੁਝ ਪੁਆਇੰਟਸ ਅੱਜ ਆਪ ਜੀ ਦੇ ਸਾਹਮਣੇ ਰੱਖਣੇ ਹਨ। ਸਭ ਤੋਂ ਪਹਿਲਾਂ ਉਹਦੇ ਵਿੱਚ ਪੁਆਇੰਟ ਹੈ ਜੀ, ਵਧੀਆ ਅਧਿਆਪਕ ਦਾ ਹੋਣਾ, ਇੱਕ ਚੰਗੀ ਗਾਈਡ ਦਾ ਹੋਣਾ, ਜਿਹਦੀ ਨਿਗਰਾਨੀ ਦੇ ਵਿੱਚ ਬੱਚਾ ਜਾਂ ਸਿੱਖਿਆਰਥੀ ਆਪਣਾ ਅਭਿਆਸ, ਆਪਣਾ ਸੰਗੀਤ ਦਾ ਅਭਿਆਸ ਕਰਦਾ ਹੈ ਜਾਂ ਉਹਨਾਂ ਤੋਂ ਸੰਗੀਤ ਸਿੱਖਦਾ ਹੈ। ਸੋ ਉਹਦੇ ਲਈ ਸਭ ਤੋਂ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਵਧੀਆ ਅਧਿਆਪਕ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ। ਦੂਸਰਾ ਹੈ ਸੁਰ ਅਭਿਆਸ, ਕਿਉਂਕਿ ਸੰਗੀਤ ਦੇ ਵਿੱਚ ਸੁਰ ਦੀ ਬੜੀ ਇੰਪੋਰਟੈਂਸ ਹੈ। ਕਿਉਂਕਿ ਇੱਕ ਆਪਾਂ ਆਮ ਵੀ ਕੀਰਤਨ ਸੁਣਦੇ, ਇੱਕ ਸੁਰੀਲਾ ਰਾਗੀ ਜਦੋਂ ਉਸੇ ਸ਼ਬਦ ਦਾ ਗਾਇਨ ਕਰਦਾ ਹੈ, ਉਸੇ ਟਿਊਨ ਦਾ ਗਾਇਨ ਕਈ ਵਾਰੀ ਇੱਕ ਨਵੇਂ ਸਿੱਖਿਆਰਥੀ ਵੀ ਕਰਦੇ ਨੇ, ਪਰ ਉਹ ਸਾਨੂੰ ਰਸ ਨਹੀਂ ਮਿਲਦਾ ਉਹਦੇ ਵਿੱਚ, ਜੋ ਕਿ ਅਸੀਂ ਕਿਸੇ ਸੀਡੀ ਜਾਂ ਕਿਸੇ ਕੈਸਟ ਜਾਂ ਕਿਸੇ YouTube ਤੋਂ ਸੁਣਿਆ ਹੁੰਦਾ। ਜਿਸ ਰਾਗੀ ਨੇ ਉਹਨੂੰ ਪਿਓਰਿਟੀ ਨਾਲ ਗਾਇਆ, ਮਿਹਨਤ ਕਰਕੇ ਗਾਇਆ, ਉਹਦੇ ਵਿੱਚ ਕੀ ਫਰਕ ਹੈ? ਸ਼ਬਦ ਤਾਂ ਸੇਮ ਹੈ, ਬੰਦਿਸ਼ ਵੀ ਸੇਮ ਹੈ, ਬਸ ਸੁਰ ਦੇ ਲਗਾਵ ਦਾ ਫਰਕ ਹੁੰਦਾ ਹੈ। ਉਹ ਜਿਹੜਾ ਹੈ ਕਿ ਫਿਰ ਸੁਰ ਅਭਿਆਸ ਦੇ ਨਾਲ ਅਸੀਂ ਉਸ ਚੀਜ਼ ਨੂੰ ਹੋਰ ਮੈਚੁਰ ਕਰ ਸਕਦੇ ਹਾਂ। ਸੋ ਸੁਰ ਅਭਿਆਸ ਸੰਗੀਤ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਤੀਸਰਾ ਹੈ ਅਭਿਆਸ ਦੇ ਵਿੱਚ ਨਿਰੰਤਰਤਾ, ਕਿ ਜੋ ਵੀ ਅਸੀਂ ਅਭਿਆਸ ਕਰੀਏ ਉਹਦੇ ਵਿੱਚ ਕੰਟੀਨਿਊਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਵੇਂ ਅਸੀਂ 15 ਮਿੰਟ ਰਿਆਜ਼ ਕਰੀਏ, ਭਾਵੇਂ ਅੱਧਾ ਘੰਟਾ ਰਿਆਜ਼ ਕਰੀਏ, ਪਰ ਉਹ ਰੂਟੀਨ ਦੇ ਵਿੱਚ ਡੇਲੀ ਦਾ ਅਭਿਆਸ ਹੋਣਾ ਬਹੁਤ ਜ਼ਰੂਰੀ ਹੈ। ਸੰਗੀਤ ਦੇ ਵਿੱਚ ਆਮ ਕਰਕੇ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਕਿਹਾ ਜਾਂਦਾ ਹੈ, ਜੇਕਰ ਤੁਸੀਂ ਇੱਕ ਦਿਨ ਆਪਣਾ ਰਿਆਜ਼ ਨਹੀਂ ਕਰਦੇ ਹੋ, ਤੁਸੀਂ 3 ਦਿਨ ਪਿੱਛੇ ਚਲੇ ਜਾਂਦੇ। ਇਟ ਮੀਨਸ ਕਿ ਡੇਲੀ ਅਭਿਆਸ ਦਾ, ਰੂਟੀਨ ਦੇ ਵਿੱਚ ਅਭਿਆਸ ਦਾ ਇੰਡੀਅਨ ਕਲਾਸੀਕਲ ਮਿਊਜ਼ਿਕ ਜਾਂ ਕਿਸੇ ਵੀ ਮਿਊਜ਼ਿਕ ਦੇ ਵਿੱਚ ਕਿੰਨੀ ਮਹਾਨਤਾ ਹੈ, ਅਸੀਂ ਇਹਨਾਂ ਗੱਲਾਂ ਤੋਂ ਸਮਝ ਸਕਦੇ ਹਾਂ। ਸੋ ਚੌਥਾ ਪੁਆਇੰਟ ਹੈ ਜੀ, ਸੁਰੀਲਾ ਸੰਗੀਤ ਸੁਣਨਾ। ਸਾਨੂੰ ਲਿਸਨਿੰਗ ਪ੍ਰੈਕਟਿਸ ਬਹੁਤ ਜ਼ਰੂਰੀ ਹੈ। ਅੱਛਾ ਸੰਗੀਤ ਅਸੀਂ ਜਦੋਂ ਤੱਕ ਨਹੀਂ ਸੁਣਾਂਗੇ, ਸਾਡੇ ਕੰਨਾਂ ਦੇ ਰਾਹੀਂ ਅੰਦਰ ਨਹੀਂ ਜਾਏਗਾ, ਉਨੇ ਚਿਰ ਤੱਕ ਅਸੀਂ ਗਾਇਨ ਵਧੀਆ ਨਹੀਂ ਕਰ ਸਕਦੇ। ਸੋ ਲਾਸਟ ਪੁਆਇੰਟ ਇਹਦੇ ਵਿੱਚ ਤਬਲੇ ਦਾ ਗਿਆਨ। ਤਬਲੇ ਤੋਂ ਭਾਵ ਸਾਡੀ ਲੈਅ ਐਂਡ ਤਾਲ। ਲੈਅ ਅਤੇ ਤਾਲ ਨੂੰ ਅਸੀਂ ਇੰਝ ਵੀ ਸਮਝ ਸਕਦੇ ਹਾਂ ਕਿ ਇੱਕ ਆਮ ਬੰਦਾ ਜਦੋਂ ਬੇਚ ਤੁਰਦਾ ਹੋਵੇ ਤੇ ਮਤਲਬ ਕਿ ਉਹਦੀ ਇੱਕ ਸਟੈਪ ਤੇ ਹੋਵੇ ਛੋਟਾ ਤੇ ਦੂਜਾ ਸਟੈਪ ਹੋਵੇ ਵੱਡਾ, ਤੇ ਆਮ ਅਸੀਂ ਕਹਿਣ ਲੱਗ ਜਾਂਦੇ ਹਾਂ ਜਾਂ ਤੇ ਇਹਦਾ ਦਿਮਾਗ ਖਰਾਬ ਹੈ ਜਾਂ ਤੇ ਇਹਨੇ ਪੀਤੀ ਹੋਣੀ ਹੈ, ਆਮ ਗੱਲਾਂ ਦੇ ਵਿੱਚ। ਸੋ ਇਸੇ ਤਰ੍ਹਾਂ ਸੰਗੀਤ ਦੇ ਵਿੱਚ ਵੀ ਜੇ ਬੰਦੇ ਕੋਲ, ਜਿਹੜੇ ਸਿੱਖਿਆਰਥੀ ਕੋਲ ਤਬਲੇ ਦਾ ਗਿਆਨ ਨਹੀਂ ਹੈ, ਲੈਅ ਦਾ ਗਿਆਨ ਨਹੀਂ ਹੈ, ਉਹਨੂੰ ਵੀ ਅਸੀਂ ਬੇਤਾਲਾ ਇੰਝ ਸਮਝਿਆ ਜਾਂਦਾ ਹੈ ਜਿਵੇਂ ਕਿ
ਉਹਦੇ ਵਿੱਚ ਜਾਨ ਹੀ ਨਹੀਂ ਹੈਗੀ। ਸੰਗੀਤ ਦੇ ਵਿੱਚ ਤਾਲ ਨੂੰ ਪ੍ਰਾਣ ਕਿਹਾ ਜਾਂਦਾ ਹੈ ਕਿ ਜਿਹਦੇ ਵਿੱਚ ਪ੍ਰਾਣ ਹੀ ਨਹੀਂ ਹੈ ਉਹਦੇ ਵਿੱਚ ਕੀ ਹੋ ਸਕਦਾ, ਉਹ ਮਰਿਆਂ ਦੇ ਸਮਾਨ ਹੋ ਸਕਦਾ ਹੈ। ਇਸ ਲਈ ਤਬਲੇ ਦਾ ਗਿਆਨ ਹੋਣਾ ਜਿਹੜਾ ਹੈ ਸੰਗੀਤ ਦੇ ਸਿੱਖਿਆਰਥੀਆਂ ਲਈ ਬਹੁਤ ਜ਼ਰੂਰੀ ਹੈ। ਸੋ ਹੁਣ ਆਓ ਆਪਾਂ ਗੱਲ ਕਰਦੇ ਹਾਂ ਗੁਰਮਤਿ ਸੰਗੀਤ ਜਾਂ ਕੀਰਤਨ ਕੀ ਹੈ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ। ਗੁਰਬਾਣੀ ਨੂੰ ਜਦੋਂ ਅਸੀਂ ਨਿਰਧਾਰਿਤ ਰਾਗਾਂ ਦੇ ਵਿੱਚ, ਜਿਵੇਂ ਗੁਰੂ ਸਾਹਿਬ ਨੇ ਸਾਨੂੰ ਤਾਕੀਦ ਕੀਤੀ ਹੈ ਕਿ ਜੇ ਬਿਲਾਵਲ ਰਾਗ ਦਾ ਸ਼ਬਦ ਹੈ ਤੂੰ ਸੁਲਤਾਨ ਕਹਾਂ ਹੋ ਮੀਆਂ, ਉਹਨੂੰ ਬਿਲਾਵਲ ਰਾਗ ਦੇ ਸਵਰਾਂ ਦੇ ਉੱਤੇ ਹੀ ਗਾਉਣਾ, ਉਹ ਜਿਹੜਾ ਹੋਏਗਾ ਗੁਰਬਾਣੀ ਕੀਰਤਨ ਹੋਏਗਾ। ਸੋ ਭਾਈ ਕਾਨ ਸਿੰਘ ਨਾਭਾ ਜੀ ਵੀ ਇਸੇ ਤਰ੍ਹਾਂ ਆਪਣੇ ਵਿਚਾਰ ਦਿੰਦੇ ਹਨ ਕਿ ਗੁਰਮਤਿ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਣ ਦਾ ਨਾਮ ਜਿਹੜਾ ਉਹ ਕੀਰਤਨ। ਸੋ ਆਓ ਅੱਗੇ ਚੱਲਦੇ ਹਾਂ। ਸੋ ਕੀਰਤਨ ਸ਼ਬਦ ਦਾ ਕੀ ਭਾਵ ਹੈ, ਇਹ ਅਸੀਂ ਗੁਰਬਾਣੀ ਦੀ ਇੱਕ ਪੰਕਤੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਸੋ ਕੀਰਤਨ ਦਾ ਭਾਵ ਇੱਥੇ ਹੈ ਕੀਰਤੀ ਕਰਨੀ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਉਹਦੇ ਸਿਫਤ ਸਲਾਹ ਦੇ ਗੀਤ ਗਾਉਣੇ। ਸੋ ਹੁਣ ਅੱਗੇ ਚੱਲਦੇ ਹਾਂ ਕਿ ਕੀਰਤਨ ਕਰਨ ਵਾਲਿਆਂ ਲਈ ਜਾਂ ਜਿਹੜੇ ਸਿੱਖਿਆਰਥੀ ਨੇ ਉਹ ਕੀਰਤਨ ਕਰਨ ਦੇ ਦੌਰਾਨ ਕਿਹੜੀਆਂ ਜ਼ਰੂਰੀ ਗੱਲਾਂ ਦਾ ਖਾਸ ਧਿਆਨ ਰੱਖਣ। ਸੋ ਸਭ ਤੋਂ ਪਹਿਲਾਂ ਹੈ ਜੀ, ਕੀਰਤਨ ਜਦੋਂ ਵੀ ਆਰੰਭ ਕਰਨਾ ਹੈ ਅਸੀਂ ਸਭ ਤੋਂ ਪਹਿਲਾਂ ਮੰਗਲਾਚਰਨ ਕਰਨਾ। ਅਸੀਂ ਅੱਗੇ ਚੱਲ ਕੇ ਗੁਰਬਾਣੀ ਚੌਕੀ ਪਰੰਪਰਾ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਅੱਗੇ ਹੋਰ ਡਿਫਾਈਨ ਕਰਾਂਗੇ ਕਿ ਮੰਗਲਾਚਰਨ ਜਿਹੜਾ ਉਹਦੇ ਵਿੱਚ ਹੈ, ਉਹਦੇ ਵਿੱਚ ਦੂਸਰੇ ਚਰਨ ਦੇ ਵਿੱਚ ਆਉਂਦਾ। ਸੋ ਅਸੀਂ ਇਹ ਅੱਗੇ ਗੱਲ ਕਰਾਂਗੇ। ਸੋ ਇੱਥੇ ਸਾਨੂੰ ਇਹ ਸਮਝਣ ਦੀ ਲੋੜ ਹੈ, ਕੀਰਤਨ ਆਰੰਭ ਸਮੇਂ ਸਾਨੂੰ ਹਮੇਸ਼ਾ ਮੰਗਲਾਚਰਨ ਕਰਨਾ ਹੈ। ਟੇਕ ਤੋਂ ਭਾਵ ਜਿਹੜੇ ਗੁਰਬਾਣੀ ਕੀਰਤਨਕਾਰ ਨੇ ਜਾਂ ਕੀਰਤਨ ਦੀ ਸਿੱਖਿਆਰਥੀ ਨੇ ਉਹਨਾਂ ਨੂੰ ਪਤਾ ਹੋਏਗਾ, ਟੇਕ ਤੋਂ ਭਾਵ ਅਸਥਾਈ। ਗੁਰਬਾਣੀ ਦੇ ਵਿੱਚ ਰਹਾਉ ਦੇ ਬੰਦ ਨੂੰ ਅਸੀਂ ਹਮੇਸ਼ਾ ਟੇਕ ਬਣਾਉਣੀ ਹੈ। ਜੇਕਰ ਸ਼ਬਦ ਵਾਰਾਂ ਦੇ ਵਿੱਚੋਂ, ਪੌੜੀਆਂ ਦੇ ਵਿੱਚੋਂ ਹੈ ਜਾਂ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚੋਂ ਹੈ, ਸੋ ਉਹਦੇ ਵਿੱਚ ਜਿਹੜੀ ਅਖੀਰਲੀ ਪੰਕਤੀ ਹੈ ਉਹਨੂੰ ਅਸੀਂ ਹਮੇਸ਼ਾ ਕੀਰਤਨ ਦੇ ਵਿੱਚ ਆਪਣਾ ਟੇਕ ਬਣਾਉਣਾ ਹੈ। ਜੇਕਰ ਸ਼ਬਦ ਦੇ ਵਿੱਚ ਰਹਾਉ ਦੀ ਪੰਕਤੀ ਨਾ ਹੋਵੇ ਤੇ ਅਸੀਂ ਉਹਦੇ ਵਿੱਚ ਇਹ ਚੀਜ਼ ਨੂੰ ਚੈੱਕ ਕਰਨਾ ਹੈ, ਗੁਰਬਾਣੀ ਦੇ ਮੀਨਿੰਗ ਨੂੰ ਦੇਖਦਿਆਂ ਹੋਇਆਂ ਕਿ ਕਿਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਜਿਹੜੀ ਆਪਣੀ ਸਿੱਖਿਆ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਪੂਰੇ ਸ਼ਬਦ ਦਾ ਸੈਂਟਰਲ ਆਈਡੀਆ ਕਿਸ ਪੰਕਤੀ ਦੇ ਵਿੱਚ ਹੈ, ਅਸੀਂ ਉਹਨੂੰ ਟੇਕ ਬਣਾਉਂਦੇ। ਸੋ ਇਸੇ ਤਰ੍ਹਾਂ ਬੜਾ ਹੀ ਫੇਮਸ ਸ਼ਬਦ ਹੈ, ਆਮ ਸਾਡੇ ਘਰਾਂ ਦੇ ਵਿੱਚ ਜਾਂ ਆਲੇ ਦੁਆਲੇ ਸਾਨੂੰ ਸੁਣਨ ਨੂੰ ਮਿਲ ਜਾਂਦਾ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਜੇਕਰ ਅਸੀਂ ਗੁਰਬਾਣੀ ਕੀਰਤਨ ਦੇ ਨਿਯਮ ਨੂੰ ਧਿਆਨ ਦੇ ਵਿੱਚ ਰੱਖੀਏ ਤੇ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਸੋ ਇਹਦੇ ਵਿੱਚ ਗੁਰੂ ਸਾਹਿਬ ਸਾਨੂੰ ਪਰਮਾਤਮਾ ਨਾਲ ਜੁੜਨ ਦੀ, ਸੁਰਤ ਜੋੜਨ ਦੀ ਤਾਕੀਦ ਕਰਨ ਦੀ ਜਾਚ ਦੱਸਦੇ ਹਨ ਕਿ ਅਸੀਂ ਜੇ ਉਹਦੇ ਨਾਲ ਜੁੜਾਂਗੇ ਤੇ ਸਾਨੂੰ ਲੱਖਾਂ ਹੀ ਪਾਤਸ਼ਾਹੀਆਂ ਸ਼ੌਹਰਤਾਂ ਪ੍ਰਾਪਤ ਹੋ ਜਾਣਗੀਆਂ। ਸੋ ਇਸ ਲਈ ਆਮ ਕਰਕੇ ਸਾਨੂੰ ਇਹ ਸ਼ਬਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੋਂ ਸੁਣਨ ਨੂੰ ਮਿਲਦਾ ਹੈ, ਜਦਕਿ ਇਹਦੀ ਟੇਕ ਹਮੇਸ਼ਾ ਸਾਨੂੰ ਰਹਾਉ ਦੀ ਪੰਕਤੀ ਨੂੰ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ ਨੂੰ ਬਣਾਉਣਾ ਚਾਹੀਦਾ। ਸਭ ਤੋਂ ਵੱਧ ਜ਼ਰੂਰੀ ਗੱਲ, ਗੁਰਬਾਣੀ ਸੁਣਾਉਣ ਵਾਲੇ ਨੂੰ ਸਪਸ਼ਟ ਹੋਵੇ ਤੇ ਸੁਣਨ ਵਾਲੇ ਨੂੰ ਸਪਸ਼ਟ ਸਮਝ ਆਣੀ ਬਹੁਤ ਜ਼ਰੂਰੀ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਸਾਨੂੰ ਗੁਰਬਾਣੀ ਦੇ ਅਰਥ ਬੋਧ ਦਾ ਗਿਆਨ ਚੰਗੀ ਤਰ੍ਹਾਂ ਹੋਵੇਗਾ। ਅਸੀਂ ਸ਼ਬਦ ਨੂੰ ਘੱਟੋ ਘੱਟ 10, 15, 20 ਵਾਰੀ ਪੜ੍ਹਿਆ ਹੋਵੇਗਾ, ਤਾਂ ਹੀ ਅਸੀਂ ਉਹ ਸੁਣਾਉਣ ਵਾਲੇ ਨੂੰ ਅਸੀਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਸੁਣਾ ਸਕਦੇ ਹਾਂ ਤੇ ਸੁਣਨ ਵਾਲੇ ਨੂੰ ਵੀ
ਗੱਲਾਂ ਜਿਹੜੀਆਂ ਹੋਣਗੀਆਂ ਗੁਰੂ ਸਾਹਿਬ ਦੀ ਜੋ ਸਾਨੂੰ ਕੀਰਤਨ ਰੂਪ ਵਿੱਚ ਦੱਸਣਾ ਚਾਹ ਰਹੇ ਹਾਂ ਉਹ ਸਪਸ਼ਟ ਸਮਝ ਆਵੇਗੀ। ਸੋ ਨੈਕਸਟ ਇਜ਼ ਪ੍ਰਧਾਨਤਾ ਸ਼ਬਦ ਦੀ ਰਹੇ, ਗਾਇਨ ਦੀ, ਕਲਾਕਾਰੀ ਦੀ ਨਹੀਂ। ਆਮ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਕੀਰਤਨਕਾਰ ਹੈ ਜਾਂ ਸਿੱਖਿਆਰਥੀ ਹੈ ਉਹ ਕੀ ਕਰਦਾ ਹੈ ਕਿ ਬਹੁਤਾ ਜ਼ਿਆਦਾ ਆਪਣੀਆਂ ਕਲਾਕਾਰੀਆਂ ਵੱਲ ਉਹ ਜ਼ਿਆਦਾ ਚਲਾ ਜਾਂਦਾ ਹੈ ਤੇ ਗੁਰਬਾਣੀ ਦੀ ਜਿਹੜੀ ਸ਼ਬਦ ਦੀ ਪ੍ਰਧਾਨਤਾ ਹੈ ਉਹ ਕਿਤੇ ਘਟਦੀ ਨਜ਼ਰ ਆਉਂਦੀ। ਸੋ ਸਾਨੂੰ ਹਮੇਸ਼ਾ ਗਾਇਨ ਦੀ ਕਲਾਕਾਰੀ ਨੂੰ ਥੱਲੇ ਰੱਖ ਕੇ ਗੁਰਬਾਣੀ ਸ਼ਬਦ ਦੀ ਪ੍ਰਧਾਨਤਾ ਜਿਹੜੀ ਹੈ ਹਮੇਸ਼ਾ ਉੱਚੀ ਰੱਖਣ ਦੀ ਲੋੜ ਹੁੰਦੀ ਹੈ। ਸੋ ਗੁਰਬਾਣੀ ਦੀ ਸ਼ੁੱਧਤਾ ਦਾ ਖਾਸ ਧਿਆਨ ਵੀ ਰੱਖਿਆ ਜਾਣਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ। ਪਹਿਲਾ ਹੈ ਸ਼ੁੱਧ ਉਚਾਰਨ ਤੇ ਦੂਜਾ ਹੈ ਜੀ ਸ਼ੁੱਧ ਵਿਸ਼ਰਾਮ। ਇਹ ਦੋਨੋਂ ਚੀਜ਼ਾਂ ਦਾ ਸਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਸੋ ਕੁਝ ਕੁ ਐਗਜ਼ਾਮਪਲਸ ਦੇ ਨਾਲ ਆਪਾਂ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ। ਸ਼ੁੱਧ ਉਚਾਰਨ ਲਈ ਮੈਂ ਦੋ ਪੰਕਤੀਆਂ ਲਈਆਂ ਨੇ, ਸੋ ਆਓ ਵਿਚਾਰਦੇ ਹਾਂ। ਗੁਰਬਾਣੀ ਕਹਿੰਦੀ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਐਂਡ ਦੂਸਰੀ ਪੰਕਤੀ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜੇ ਤੁਸੀਂ ਉੱਪਰ ਵਾਲੀ ਪੰਕਤੀ ਦੇ ਵਿੱਚ ਸਾਈ ਦੀ ਅੱਖਰਕਾਰੀ ਦੇਖੋਗੇ ਤੇ ਥੱਲੜੀ ਪੰਕਤੀ ਦੇ ਵਿੱਚੋਂ ਸਾਈ ਦੀ ਅੱਖਰਕਾਰੀ ਦੇਖੋਗੇ ਤੇ ਬਿਲਕੁਲ ਉਹ ਵਰਡਸ ਦੇ ਵਿੱਚ ਜਿਹੜੀ ਮਾਤਰਾਵਾਂ ਨੇ ਬਿਲਕੁਲ ਸੇਮ ਹੈ। ਪਰ ਹੁਣ ਜੇਕਰ ਸਾਨੂੰ ਇੱਥੇ ਮੀਨਿੰਗ ਨਹੀਂ ਪਤਾ ਹੋਣਗੇ ਤੇ ਅਸੀਂ ਉਹਦਾ ਉਚਾਰਨ ਬਿਲਕੁਲ ਗਲਤ ਕਰਾਂਗੇ। ਹੁਣ ਦੇਖੋ ਉੱਪਰ ਕੀ ਹੈ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ। ਸਾਈ ਤੋਂ ਬਾਅਦ ਉਹੀ ਮੈਨੂੰ ਚੰਗਾ ਹੈ, ਉਹੀ ਮੈਨੂੰ ਕੰਮ ਜਿਹੜਾ ਭਲਾ ਹੈ, ਉਹੀ ਮੇਰੇ ਲਈ ਭਲਾ ਹੈ। ਤੇ ਥਲੜੀ ਪੰਕਤੀ ਦੇ ਵਿੱਚ ਕੀ ਹੈ, ਸਾਈ ਨਾਮ ਅਮੋਲ। ਸਾਈ ਤੋਂ ਭਾਵ ਅਕਾਲ ਪੁਰਖ ਪਰਮਾਤਮਾ ਖਸਮ। ਸੋ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸੋ ਸਾਨੂੰ ਇੱਥੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਸ਼ਬਦ ਦੇ ਮੀਨਿੰਗ ਪਤਾ ਹੋਣੇ ਕਿੰਨੇ ਲਾਜ਼ਮੀ ਹੈ। ਅਸੀਂ ਇਹ ਦੋਨਾਂ ਉਦਾਹਰਨਾਂ ਤੋਂ ਅਸੀਂ ਸਮਝ ਸਕਦੇ ਹਾਂ। ਅੱਗੇ ਹੈ ਜੀ ਸ਼ੁੱਧ ਵਿਸ਼ਰਾਮ। ਇੱਥੇ ਵੀ ਮੈਂ ਦੋ ਪੰਕਤੀਆਂ ਲਈਆਂ ਨੇ। ਸੋ ਪਹਿਲੀ ਪੰਕਤੀ ਹੈ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ। ਇਹ ਸਾਡੀ ਹਿਸਟਰੀ ਹੈ ਕਿ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਗੁਰੂ ਅਰਜਨ ਦੇਵ ਜੀ ਭਗਤ ਨੇ ਜਨਮ ਲਿਆ। ਸੋ ਪਰ ਜੇਕਰ ਇੱਥੇ ਸਾਨੂੰ ਸ਼ੁੱਧ ਵਿਸ਼ਰਾਮ ਦਾ ਅਸੀਂ ਧਿਆਨ ਨਾ ਰੱਖੀਏ, ਕੀਰਤਨਕਾਰ ਆਮ ਕੀਰਤਨ ਕਰਨ ਲੱਗਿਆਂ ਕੀਰਤਨ ਕਰ ਦੇਵੇ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ, ਮਤਲਬ ਕਿ ਇਹ ਹਿਸਟਰੀ ਨੂੰ ਰੋਂਗ ਕਰ ਦੇਣਾ ਅਸੀਂ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਬਿਲਕੁਲ ਉਲਟ ਹੋ ਜਾਏਗਾ। ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਰਾਮਦਾਸ ਭਗਤ ਨੇ ਜਨਮ ਲਿਆ। ਸੋ ਇਹ ਜਿਹੜਾ ਹੈ ਇਹ ਰੋਂਗ ਹੋ ਜਾਏਗਾ। ਇਸ ਲਈ ਸਾਨੂੰ ਇੱਥੇ ਧਿਆਨ ਬਹੁਤ ਦੇਣ ਦੀ ਲੋੜ ਹੈ। ਫਿਰ ਇਸੇ ਤਰ੍ਹਾਂ ਦੂਸਰੀ ਪੰਕਤੀ ਹੈ, ਆਮ ਕਰਕੇ ਅਸੀਂ ਸੁਣਦੇ ਹਾਂ ਸ਼ਬਦ, ਤੇ ਜੇ ਮੈਨੂੰ ਥੋੜਾ ਜਿਹਾ ਗਾਵਾਂ ਇਹ ਤੁਹਾਨੂੰ ਆਮ ਇੰਝ ਸੁਣਨ ਨੂੰ ਮਿਲ ਜਾਏਗਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੁਣ ਦੋਨੋਂ ਚੀਜ਼ਾਂ ਦੇ ਵਿੱਚ ਫਰਕ ਹੈ। ਪਹਿਲੀ ਵਾਰੀ ਮੈਂ ਜਦੋਂ ਗਾਇਆ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਪੌਜ਼ ਦਿੱਤਾ ਸਤਿਗੁਰ ਆਇਓ ਸ਼ਰਨ ਤੁਹਾਰੀ। ਇਹ ਮੀਨਿੰਗ ਇਹ ਉਲਟ ਹੋ ਗਿਆ ਕਿ ਹੇ ਗੁਰੂ ਜੀ ਤੂੰ ਮੇਰੀ ਸ਼ਰਨ ਦੇ ਵਿੱਚ ਆ। ਪਰ ਗੁਰਬਾਣੀ ਇਹ ਕਹਿ ਰਹੀ ਹੈ ਕਿ ਸਤਿਗੁਰੂ ਜੀ ਸੰਬੋਧਨ ਹੈ, ਹੇ ਸਤਿਗੁਰੂ ਜੀ, ਹੇ ਗੁਰੂ ਜੀ ਆਇਓ ਸ਼ਰਨ ਤੁਹਾਰੀ, ਮੈਂ ਤੇਰੀ ਸ਼ਰਨ ਆਇਆ। ਤੇ ਜਦੋਂ ਇਹਦੀ ਕੰਪੋਜੀਸ਼ਨ ਬਣਾਉਣੀ ਹੈ ਕਿ ਅਸੀਂ ਪੌਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਸੋ ਇਸ ਤਰ੍ਹਾਂ ਆਮ ਜਿਹੜੇ ਕੀਰਤਨਕਾਰ ਨੇ ਆਮ ਗਲਤੀਆਂ
ਇਹ ਛੋਟੀਆਂ ਛੋਟੇ ਮਿਸਟੇਕਸ ਦੇ ਨਾਲ ਬਹੁਤ ਵੱਡੀਆਂ ਗਲਤੀਆਂ ਕਰਦੇ ਨੇ ਕਿ ਮੀਨਿੰਗ ਹੀ ਅਸੀਂ ਉਲਟ ਕਰ ਬੈਠਦੇ ਹਾਂ। ਸੋ ਸਾਨੂੰ ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਅਸੀਂ ਆਪਣੀ ਕੰਪੋਜੀਸ਼ਨ ਦੀ ਸੈਟਿੰਗ ਇਸ ਤਰ੍ਹਾਂ ਕਰੀਏ ਕਿ ਗੁਰਬਾਣੀ ਦੇ ਸ਼ੁੱਧ ਵਿਸ਼ਰਾਮ ਅਤੇ ਸ਼ੁੱਧ ਉਚਾਰਨ ਦਾ ਜਿਹੜੀ ਮਰਿਆਦਾ ਹੈ ਉਹ ਹਮੇਸ਼ਾ ਬਰਕਰਾਰ ਰਹੇ। ਸੋ ਨੈਕਸਟ ਇਜ਼ ਕਿ ਇਹ ਵੀ ਬੜੀ ਗਲਤੀ ਆਮ ਮੈਂ ਕਈ ਵਾਰੀ ਕੀਰਤਨਕਾਰਾਂ ਨੂੰ ਦੇਖਿਆ ਕਿ ਇਹ ਗਲਤੀ ਆਮ ਹੀ ਹੁੰਦੀ ਹੈ। ਜਿਵੇਂ ਹਰ ਇੱਕ ਪੰਕਤੀ ਦੇ ਅਖੀਰ ਦੇ ਵਿੱਚ ਤੁਸੀਂ ਦੇਖੋ ਨੰਬਰਿੰਗ ਹੈ। ਇਸ ਤੋਂ ਭਾਵ ਹੈ ਕਿ ਜਦੋਂ ਇੱਕ ਤਾਂ ਸਥਾਈ ਰਹਾਉ ਦੀ ਪੰਕਤੀ ਉਹ ਸਥਾਈ ਹੋਗੀ ਸਾਡੀ, ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ, ਉਸ ਤੋਂ ਬਾਅਦ ਵਨ ਹੈ। ਉਹ ਇੱਕ ਤੋਂ ਭਾਵ ਹੈ ਉਹ ਪਹਿਲਾ ਅੰਤਰ ਹੈ, ਸਾਨੂੰ ਉਹ ਕੰਪਲੀਟ ਕਰਨਾ ਹੈ। ਪੂਰੀ ਲਾਈਨ ਸਾਡੀ ਜਿਹੜਾ ਉਹ ਸਾਡਾ ਪਹਿਲਾ ਅੰਤਰਾ ਹੈ। ਸੈਕਿੰਡ ਅੰਤਰਾ ਜੋਗ ਗਿਆਨ ਧਿਆਨ ਸ਼ੇਖ ਨਾਗੈ ਸਗਲ ਜਪੈ ਤਰੰਗੀ ਕਹु ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ। ਇਹ ਦੋਨਾਂ ਲਾਈਨਾਂ ਨੂੰ ਕੰਬਾਈਨ ਕਰਕੇ ਗਾਵਾਂਗੇ ਉਦੋਂ ਹੀ ਇਹ ਸਾਡਾ ਸੈਕਿੰਡ ਅੰਤਰਾ ਹੋਏਗਾ। ਸੋ ਇਸ ਗੱਲ ਦਾ ਸਾਨੂੰ ਹਮੇਸ਼ਾ ਖਾਸ ਧਿਆਨ ਰੱਖਣਾ ਚਾਹੀਦਾ। ਨਹੀਂ ਤੇ ਇਹਨੂੰ ਕੀ ਕਰਦੇ ਨੇ 1 2 3 ਇਹਨੂੰ 3 ਅੰਤਰੇ ਬਣਾ ਲੈਂਦੇ ਹਾਂ ਅਸੀਂ, ਪਰ ਇਹ ਤਰੀਕਾ ਗਲਤ ਹੈ। ਗੁਰਬਾਣੀ ਸੰਗੀਤ ਦੇ ਨਿਯਮ ਦੇ ਅਨੁਸਾਰ ਬ੍ਰਹਮ ਮਹੇਸ਼ ਤੋਂ ਲੈ ਕੇ ਭਗਤ ਦਾਨ ਜਸ ਮੰਗੀ ਤੱਕ ਇਹ ਪਹਿਲਾ ਅੰਤਰ ਹੈ। ਜੋ ਗਿਆਨ ਧਿਆਨ ਸ਼ੇਖ ਨਾਗੇ ਤੋਂ ਲੈ ਕੇ ਜੋ ਪ੍ਰਭ ਕੇਤ ਸਤ ਸੰਗੀ ਇਹ ਸਾਡਾ ਦੂਸਰਾ ਅੰਤਰ ਹੈ। ਸੋ ਸਾਨੂੰ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅਗਲੀ ਗੱਲ ਹੈ ਜਿਹੜੀ ਕਿ ਸਾਨੂੰ ਖਾਸ ਧਿਆਨ ਮੰਗਦੀ ਹੈ ਕਿ ਕੇਵਲ ਪੜਤਾਲ ਦੇ ਸ਼ਬਦ ਦਾ ਹੀ ਪੜਤਾਲ ਸ਼ੈਲੀ ਵਿੱਚ ਕੀਰਤਨ ਕੀਤਾ ਜਾਵੇ। ਪੜਤਾਲ ਸ਼ੈਲੀ ਵੀ ਸਾਡੀ ਜਿਹੜੀ ਗੁਰਬਾਣੀ ਸੰਗੀਤ ਦੀ ਸ਼ੈਲੀ ਹੈ ਇੱਕ ਬੜੀ ਹੀ ਵਿਲੱਖਣ ਸ਼ੈਲੀ ਹੈ ਕਿ ਇਹ ਸ਼ੈਲੀ ਦਾ ਹੋਰ ਵੀ ਕਿਧਰੇ ਜ਼ਿਕਰ ਨਹੀਂ ਆਉਂਦਾ। ਭਾਵੇਂ ਉਹ ਭਾਰਤੀ ਸ਼ਾਸਤਰੀ ਸੰਗੀਤ ਹੋਵੇ ਭਾਵੇਂ ਹੋਰ ਵੀ ਕਿਸੇ ਤਰ੍ਹਾਂ ਦੀ ਸੰਗੀਤ ਹੋਵੇ, ਉਹਦੇ ਵਿੱਚ ਇਸ ਸ਼ੈਲੀ ਦਾ ਜ਼ਿਕਰ ਬਿਲਕੁਲ ਵੀ ਨਹੀਂ ਆਉਂਦਾ। ਸੋ ਇਹ ਸਾਡੀ ਗੁਰਬਾਣੀ ਸੰਗੀਤ ਦੀ ਗੁਰਮਤਿ ਸੰਗੀਤ ਦਾ ਇਹ ਬੜਾ ਹੀ ਵਡਮੁੱਲਾ ਖਜ਼ਾਨਾ ਹੈ ਤੇ ਵਿਲੱਖਣ ਗਾਇਨ ਸ਼ੈਲੀ ਹੈ। ਅਤੇ ਇਸ ਦਾ ਆਰੰਭ ਜਿਹੜਾ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਵੱਖ-ਵੱਖ ਰਾਗਾਂ ਦੇ ਵਿੱਚ 55 ਪੜਤਾਲਾਂ ਦੀਆਂ ਰਚਨਾਵਾਂ ਕੀਤੀਆਂ, ਜਿਹਦੇ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 19 ਪੜਤਾਲਾਂ ਅਤੇ ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਪਾਤਸ਼ਾਹ ਜੀ ਨੇ 36 ਪੜਤਾਲਾਂ ਦਾ ਗਾਇਨ ਕੀਤਾ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਪੜਤਾਲ ਸਾਡੀ ਇੱਕ ਪ੍ਰਮੁੱਖ ਗਾਇਨ ਸ਼ੈਲੀ ਹੈ ਜਿਹੜੀ ਕਿ ਇੰਡੀਅਨ ਕਲਾਸੀਕਲ ਸੰਗੀਤ ਦੇ ਨਾਲੋਂ ਸਾਨੂੰ ਵੱਖ ਕਰਦੀ ਹੈ। ਤੇ ਪੜਤਾਲ ਗਾਇਨ ਕਰਨ ਲੱਗਿਆਂ ਵੀ ਜਿਹੜੀ ਅਸੀਂ ਗੱਲ ਪਹਿਲਾਂ ਕੀਤੀ ਸੀ ਕਿ ਸ਼ਬਦ ਦੇ ਬਣਤਰ ਦੀ, ਉੱਥੇ ਵੀ ਆਮ ਕਰਕੇ ਜਿਹੜੇ ਕੀਰਤਨਕਾਰ ਹੈ ਜਾਂ ਸਿੱਖਿਆਰਥੀ ਹੈ ਕਾਫੀ ਮਤਲਬ ਕਿ ਇਹਦੇ ਵਿੱਚ ਵੀ ਗਲਤੀਆਂ ਕਰਦੇ ਨੇ। ਪੜਤਾਲ ਤੋਂ ਭਾਵ ਹਮੇਸ਼ਾ ਇਹੀ ਹੈ ਕਿ ਤਾਲ ਦਾ ਮੁੜ ਪਰਤਣਾ, ਪਰਤ ਤਾਲ ਦਾ ਮੁੜ ਪਰਤਣਾ। ਸੋ ਉਹਦੇ ਵਿੱਚ ਕੀ ਹੈ ਕਿ ਸਪੋਜ਼ ਅਸੀਂ ਇੱਕ ਐਗਜ਼ਾਮਪਲ ਲਈ ਸਮਝਦੇ ਹਾਂ ਕਿ ਮੇਰੇ ਲਾਲਨ ਕੀ ਸ਼ੋਭਾ ਸਦ ਨਵਤਨ ਮਨ ਰੰਗੀ ਸ਼ੋਭਾ, ਇਸ ਨੂੰ ਇੱਕ ਕਿਸੇ ਵੀ ਤਾਲ ਦੇ ਵਿੱਚ ਨਿਬੱਧ ਕਰਨਾ ਹੈ। ਦੈਨ ਸਾਡਾ ਫਸਟ ਅੰਤਰ ਹੈ ਉਸ ਨੂੰ ਕਿਸੇ ਇੱਕ ਡਿਫਰੈਂਟ ਤਾਲ ਦੇ ਵਿੱਚ, ਸੈਕਿੰਡ ਅੰਤਰੇ ਨੂੰ ਕਿਸੇ ਡਿਫਰੈਂਟ ਤਾਲ ਦੇ ਵਿੱਚ ਅਸੀਂ ਉਹਨੂੰ ਤਾਲਬੱਧ ਕਰਨਾ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਅਸੀਂ ਸੈਕਿੰਡ ਅੰਤਰਾ ਦੇਖੀਏ ਤੇ ਜੋ ਗਿਆਨ ਧਿਆਨ ਸ਼ੇਖ ਨਾਗੈ ਸਗਲ ਜਪੈ ਤਰੰਗੀ, ਇਸ ਨੂੰ ਤਾਂ ਕਿਸੇ ਇੱਕ ਤਾਲ ਦੇ ਵਿੱਚ ਨਿਬੱਧ ਕਰ ਲਿਆ ਗਿਆ ਤੇ ਸੈਕਿੰਡ ਲਾਈਨ ਜਿਹੜੀ ਹੈ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਤ ਸੰਗੀ, ਇਹਨੂੰ ਕਿਸੇ ਹੋਰ ਮਤਲਬ ਕਿ ਇੱਕੋ ਅੰਤਰੇ ਦੇ ਵਿੱਚ ਅਸੀਂ 2 ਵਾਰੀ ਤਾਲ ਚੇਂਜ ਕਰਨੀ, ਜਿਹੜੀ ਕਿ ਇਹ ਰੂਲ ਹੈ ਤੇ ਬਿਲਕੁਲ ਹੀ ਗੁਰਬਾਣੀ ਸੰਗੀਤ ਦੇ ਤਹਿਤ ਇਹ ਗਲਤ ਹੈ। ਹਾਂ, ਕਈ ਵਿਦਵਾਨਾਂ ਦਾ ਇੰਜ ਮੰਨਣਾ ਹੈ ਕਿ ਪੜਤਾਲ ਦੇ ਵਿੱਚ 5 ਤਾਲਾਂ ਦਾ ਹੋਣਾ ਜ਼ਰੂਰੀ ਹੈ, ਪਰ ਜਦੋਂ ਅਸੀਂ ਗੁਰਬਾਣੀ ਕੀਰਤਨ ਦੇ ਨਿਯਮ ਨੂੰ ਦੇਖਦੇ ਹਾਂ ਉਹਦੇ ਵਿੱਚ ਨਿਯਮ ਇਹ ਹੈ ਕਿ ਹਰ ਇੱਕ ਅੰਤਰੇ ਨੂੰ ਕਿਸੇ ਇੱਕ ਹੀ ਤਾਲ ਦੇ ਵਿੱਚ ਅਸੀਂ ਨਿਬੱਧ ਕਰਨਾ ਹੈ, ਜੋ ਕਿ ਆਮ ਕਰਕੇ ਇਹ ਮੈਂ ਜਿਹੜਾ ਵੀ ਅੱਜ ਤੱਕ ਸੁਣਿਆ ਹੈ 90% ਮੈਨੂੰ ਇਹੋ ਸੁਣਨ ਨੂੰ ਮਿਲਿਆ ਹੈ ਕਿ ਇੱਕੋ ਅੰਤਰੇ ਦੇ ਵਿੱਚ 2-2 3-3 ਤਾਲਾਂ ਅਸੀਂ ਚੇਂਜ ਕਰਦੇ ਹਾਂ। ਸੋ ਇਸ ਗੱਲ ਦਾ ਵੀ ਸਾਨੂੰ ਪੜਤਾਲ ਗਾਇਨ ਸ਼ੈਲੀ ਦੇ ਵਿੱਚ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ। ਹੁਣ ਜਿਹੜੀ
ਹੋਰ ਵੱਡੀ ਗੱਲ ਹੈ ਕਿ ਗਾਇਨ ਦੀ ਕਲਾਕਾਰੀ ਉਤਨੀ ਹੀ ਪੇਸ਼ ਕੀਤੀ ਜਾਵੇ ਜਿਤਨੀ ਗਾਇਕ ਦੀ ਸਮਰੱਥਾ ਹੋਵੇ। ਕਈ ਵਾਰੀ ਗਾਉਣ ਵਾਲੇ ਗਾਇਕ ਸੰਗੀਤ ਦੇ ਵਿੱਚ ਇੰਨਾ ਲੀਨ ਹੋ ਜਾਂਦੇ ਨੇ ਸ਼ਬਦ ਕੀਰਤਨ ਕਰਦਿਆਂ ਕਿ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਗੁਰਬਾਣੀ ਸੰਗੀਤ ਨੂੰ ਪਿੱਛੇ ਰੱਖ ਕੇ ਤੇ ਕੀਰਤਨ ਦੀ ਜਿਹੜੀ ਕਲਾਕਾਰੀਆਂ ਨੇ ਉਸ ਪਾਸੇ ਤੁਰ ਪਿਆ। ਤੇ ਉਸ ਪਾਸੇ ਤੁਰਨ ਦੇ ਨਾਲ ਕੀ ਹੁੰਦਾ, ਕਈ ਵਾਰੀ ਲੈਅ ਇੰਨੀ ਤੇਜ਼ ਹੋ ਜਾਂਦੀ ਹੈ ਜਾਂ ਗਾਇਨ ਕਰਨ ਵਾਲੇ ਦੀ ਆਪਣੀ ਇੱਕ ਲਿਮਿਟੇਸ਼ਨ ਹੁੰਦੀ ਹੈ। ਹਰ ਇੱਕ ਗਾਇਕ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ। ਉਹ ਲਿਮਿਟ ਨੂੰ ਜਦੋਂ ਕ੍ਰਾਸ ਕਰਦਾ ਹੈ ਤਾਂ ਉਹ ਜਿਹੜਾ ਰਸ ਜਿਹੜਾ ਕੀਰਤਨ ਦੇ ਵਿੱਚ ਉਹ ਖਤਮ ਹੋਣ ਲੱਗ ਜਾਂਦਾ ਹੈ। ਤੇ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਲਾਕਾਰੀ ਉਨੀ ਕੀਤੀ ਜਾਵੇ ਜਿੰਨੀ ਗਾਇਕ ਦੀ ਸਮਰੱਥਾ ਹੋਵੇ। ਸੋ ਇਸੇ ਤਰ੍ਹਾਂ ਪੜਤਾਲ ਆਦਿ ਜਦੋਂ ਵੀ ਅਸੀਂ ਗਾਇਨ ਕਰੀਏ, ਸੋ ਸਭ ਤੋਂ ਪਹਿਲਾਂ ਉਹਦੇ ਸ਼ਬਦ ਦੇ ਬੋਲ, ਜਿਵੇਂ ਅਸੀਂ ਆਮ ਪੁਰਾਤਨ ਰਾਗੀ ਅਵਤਾਰ ਸਿੰਘ ਗੁਰਚਰਨ ਸਿੰਘ ਨੂੰ ਸੁਣੀਏ ਨਾ, ਤੇ ਉਹਨਾਂ ਨੇ ਜਦੋਂ ਵੀ ਪੜਤਾਲ ਦਾ ਗਾਇਨ ਕਰਨਾ ਨਾ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸ਼ਬਦ ਦਾ ਪਾਠ ਇੱਕ ਵਾਰੀ ਉਹਨਾਂ ਨੇ ਕਰਕੇ ਸੁਣਾਉਣਾ। ਸੋ ਉਹ ਵਾਲੀ ਜਿਹੜੀ ਰੀਤ ਹੈ ਅੱਜ ਬਿਲਕੁਲ ਨਾਂ ਦੇ ਬਰਾਬਰ ਰਹਿ ਗਈ ਹੈ। ਸੋ ਇਹ ਰੀਤ ਨੂੰ ਵੀ ਮੁੜ ਸੁਰਜੀਤ ਸਾਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਵਾਰੀ ਪਾਠ ਜ਼ਰੂਰ ਸਾਨੂੰ ਸੰਗਤ ਨੂੰ ਸੁਣਾਉਣਾ ਚਾਹੀਦਾ ਹੈ। ਤੇ ਇਹ ਜਿਹੜੀ ਇੱਕ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਚੱਲ ਪਈ ਹੈ ਰੀਤ, ਫਿਲਮੀ ਜਾਂ ਪ੍ਰਚਲਿਤ ਗੀਤਾਂ ਦੀਆਂ ਧੁਨਾਂ ਤੇ ਕੀਰਤਨ ਹੋਣ ਲੱਗ ਪਿਆ ਹੈ, ਇਹ ਬਿਲਕੁਲ ਵੀ ਸਾਡੇ ਕੀਰਤਨ ਮਰਿਆਦਾ ਦੀ ਬਿਲਕੁਲ ਹੀ ਨਿਰਾਦਰੀ ਹੈ। ਇਹ ਜਿਹੜਾ ਕਿ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਸ਼ਬਦ ਦੀ ਧੁਨ ਬਣਾਉਣ ਵੇਲੇ ਸ਼ਬਦ ਦੇ ਭਾਵਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ। ਸਪੋਜ਼ ਕੋਈ ਸ਼ਬਦ ਬੀਰ ਰਸ ਦਾ ਹੈ ਤੇ ਉਹਦੇ ਲਈ ਸਾਨੂੰ ਰਾਗਾਂ ਦੇ ਸਵਰਾਂ ਦੀ ਜਿਹੜੀ ਹੈਗੀ ਹੈ ਚੋਣ, ਜਿਹੜੀ ਹੈ ਉਹ ਹਮੇਸ਼ਾ ਬੀਰ ਰਸ ਵਾਲੇ ਹੀ ਸਵਰਾਂ ਦੀ ਚੋਣ ਕਰਨੀ ਚਾਹੀਦੀ ਹੈ। ਸਪੋਜ਼ ਕੋਈ ਬੀਰ ਰਸ ਦਾ ਸ਼ਬਦ ਹੈ ਤੇ ਉਹਦੇ ਲਈ ਅਸੀਂ ਸਵਰਾਂ ਨੂੰ ਮਾਲਕੋਂਸ ਰਾਗ ਦੇ ਸਵਰਾਂ ਨੂੰ ਲੈ ਸਕਦੇ ਹਾਂ, ਜਿਹੜਾ ਕਿ ਬੀਰ ਰਸ ਨੂੰ, ਅਤੇ ਥੋੜੀ ਹਾਈ ਨੋਟ ਵਾਲੇ ਪਿਚ ਦਾ ਅਸੀਂ ਚੂਜ਼ ਕਰ ਸਕਦੇ ਹਾਂ, ਜਿਹਦੇ ਨਾਲ ਕਿ ਉਹਦਾ ਜਿਹੜਾ ਇੱਕ ਰਸ ਹੈ, ਬੀਰ ਰਸ ਹੈ, ਉਹ ਬਣਿਆ ਰਹੇ। ਸਪੋਜ਼ ਜੇਕਰ ਕੋਈ ਬੇਨਤੀ ਦਾ ਸ਼ਬਦ ਹੈ ਜਿਹਦੇ ਵਿੱਚ ਕਿ ਇੱਕ ਪਿਆਰ ਪੈਦਾ ਹੋ ਰਿਹਾ ਹੈ, ਕਿ ਇੱਕ ਗੁਰੂ ਦੇ ਨਾਲ ਪਿਆਰ ਪਾਉਣ ਦੀ ਗੱਲ ਚੱਲ ਰਹੀ ਹੈ, ਬੇਨਤੀ ਕਰਨ ਦੀ ਗੱਲ ਚੱਲ ਰਹੀ, ਉਹਨੂੰ ਅਸੀਂ ਆਮ ਰਾਗ ਜਿਵੇਂ ਪਹਾੜੀ ਹੈ ਜਾਂ ਕੰਪੋਜ਼ ਕਰਨ ਲੱਗਿਆ ਅਸੀਂ ਕਹਿ ਸਕਦੇ ਭੈਰਵੀ ਵਰਗੇ ਰਾਗ ਨੇ, ਉਹਦੇ ਵਿੱਚ ਕੰਪੋਜ਼ ਕਰੀਏ ਤੇ ਉਹ ਜ਼ਿਆਦਾ ਸੋਹਣਾ ਲੱਗਦਾ। ਹਾਂਜੀ, ਤੇ ਇੱਕ ਇਹ ਵੀ ਬੜਾ ਚੱਲ ਪਿਆ ਅੱਜ ਕੱਲ੍ਹ ਕਿ ਕਈ ਵਾਰੀ ਕੀ ਹੁੰਦਾ ਹੈ, ਗੁਰਪੁਰਬ ਤੇ ਸਾਡੇ ਰਾਗੀ ਸਿੰਘਾਂ ਨੂੰ ਟਾਈਮ ਘੱਟ ਹੁੰਦਾ ਹੈ, ਤੇ ਉਹਨਾਂ ਨੇ ਇੱਕ ਨਵੀਂ ਯੁਕਤੀ ਅਪਣਾਈ ਹੈ ਕਿ ਕੀਰਤਨ ਅਸੀਂ ਜੇ ਘੰਟੇ ਦਾ ਪ੍ਰੋਗਰਾਮ ਹੈ ਤੇ 20 ਮਿੰਟ ਕੀਰਤਨ ਕਰੀਏ ਤੇ 40 ਮਿੰਟ ਜਿਹੜਾ ਆਪਣੀ ਗੱਲਾਂ ਬਾਤਾਂ ਕਰ ਲਈਏ। ਸੋ ਇਹ ਵੀ ਗੱਲ ਚੱਲ ਪਿਆ ਅੱਜ ਕੱਲ੍ਹ ਕਿ ਅੱਖਰੀ ਅਰਥ ਜਿੱਥੇ ਤੱਕ ਸਮਝਾਉਣੇ ਉਹ ਬਹੁਤ ਜ਼ਰੂਰੀ ਵੀ ਹਨ ਤੇ ਉਹ ਜਾਇਜ਼ ਵੀ ਹੈ, ਪਰ ਬਹੁਤੀਆਂ ਲੰਬੀਆਂ ਵਿਆਖਿਆ ਕਰਨੀਆਂ ਜਾਂ ਕਥਾ ਕਹਾਣੀਆਂ ਸੁਣਾਉਣ ਲੱਗ ਜਾਂਦੇ, ਉਸ ਤੋਂ ਸਾਨੂੰ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ। ਸੋ ਜਿਹੜੀ ਹੁਣ ਗੱਲ ਹੈ, ਗੁਰੂ ਸਾਹਿਬ ਸਾਨੂੰ ਵੀ ਸਮਝਾਉਂਦੇ ਨੇ ਕਿ ਸਹਿਜ ਨਾਲ ਕੀਰਤਨ ਕੀਤਾ ਜਾਵੇ ਤੇ ਉਸ ਦੇ ਵਿੱਚ ਚੰਚਲਤਾਈ ਦਾ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਸਮਝਾਉਂਦੇ ਨੇ, ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਤ। ਕਿ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਵੀ ਤਦੋਂ ਹੀ ਪ੍ਰਵਾਨ ਹੁੰਦਾ ਹੈ ਜੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਕੀਤਾ ਜਾਵੇ। ਸੋ ਇਸ ਲਈ ਸਹਿਜ ਦੇ ਨਾਲ ਹੀ ਸਾਡਾ ਗਾਉਣਾ ਜਿਹੜਾ ਹੈ ਉਹ ਸਤਿਗੁਰੂ ਦੇ ਚਰਨੀ ਵੀ ਪ੍ਰਵਾਨ ਹੁੰਦਾ ਹੈ ਅਤੇ ਸੰਗਤ ਦੇ ਵਿੱਚ ਵੀ ਰਸ ਬਣਿਆ ਰਹਿੰਦਾ ਹੈ। ਸੋ ਨੈਕਸਟ ਹੈ ਜੀ, ਕੀਰਤਨ ਕਰਦੇ ਸਮੇਂ ਸ਼ਬਦ ਪੂਰਾ ਹੋਣ ਮਗਰੋਂ ਹੀ ਤਾਨਾਂ ਦਾ ਪ੍ਰਯੋਗ ਲੈਕਾਰੀਆਂ ਕੀਤੀਆਂ ਜਾਣ, ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਸ਼ਬਦ ਦੀ ਪ੍ਰਧਾਨਤਾ ਜਿਹੜੀ ਹੈ ਉਹ ਹਮੇਸ਼ਾ ਬਣੀ ਰਹੇ। ਇਹ ਬਹੁਤ ਜ਼ਰੂਰੀ ਗੱਲ ਹੈ ਕਿ ਆਮ ਕਰਕੇ ਕੀ ਹੁੰਦਾ, ਕਈ ਵਾਰੀ ਇੱਕ ਵਾਰੀ ਸਾਡੇ ਕੋਲ ਆਏ ਪ੍ਰੋਫੈਸਰ ਕਰਤਾਰ ਸਿੰਘ ਜੀ ਚਨਾਲੋਂ, ਤੇ ਉਹਨਾਂ ਨੇ ਐਗਜ਼ਾਮਪਲ ਇਹ ਦਿੱਤੀ ਕਿ ਇੱਕ ਵਾਰੀ ਸ਼ਬਦ ਕੋਈ ਪੜ੍ਹ ਰਿਹਾ, ਸਪੋਜ਼ ਹੈ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ, ਗਰਿ ਸਰਿ ਰਿ ਸਨੀ ਸ ਨੀ ਸ ਧ ਨੀ ਸ ਸ ਗਰਿ ਗ ਮ ਗਰਿ ਸ ਸ ਧ ਨੀ ਨੀ ਸ ਸ। ਉਹ ਕਹਿੰਦੇ ਇਹ ਕੀ ਬਣਿਆ, ਸਤਿਗੁਰ ਆਇਓ ਸ਼ਰਨ ਤੁਹਾਰੀ, ਗਰਿ ਸਰਿ ਰਿ ਸਨੀ ਸ ਸ ਨੀ ਸ ਧ ਨੀ ਸ ਸ।
ਸੋ ਇਹ ਕੋਈ ਤੁਕ ਨਹੀਂ ਬਣਦਾ ਇੱਥੇ ਤਾਨਾਂ ਦਾ ਪ੍ਰਯੋਗ ਜਾਂ ਲੈਕਾਰੀਆਂ ਕਰਨ ਦਾ। ਸੋ ਜੇ ਤੁਸੀਂ ਕਰਨੀਆਂ ਵੇ ਤੇ ਆਕਾਰ ਦੇ ਵਿੱਚ ਕਰਨੀਆਂ ਤੇ ਉਹ ਵੀ ਸ਼ਬਦ ਨੂੰ ਇੱਕ ਵਾਰੀ ਪੂਰਾ ਕੰਪਲੀਟ ਹੋ ਜਾਣ ਦਿਓ, ਉਸ ਤੋਂ ਬਾਅਦ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤੋ। ਸੋ ਜਿਹੜੀ ਹੈ ਕਿ ਉਹਦੇ ਵਿੱਚ ਫਿਰ ਸ਼ਬਦ ਦੀ ਪ੍ਰਧਾਨਤਾ ਜਿਹੜੀ ਹੈ ਹਮੇਸ਼ਾ ਬਣੀ ਰਹੇਗੀ। ਪਹਿਰਾਵਾ, ਇਹ ਵੀ ਬੜਾ ਇੰਪੋਰਟੈਂਟ ਪੱਖ ਹੈ ਸਾਡਾ ਗੁਰਬਾਣੀ ਸੰਗੀਤ ਦਾ ਕਿ ਪਹਿਰਾਵਾ ਜਿਹੜਾ ਹਮੇਸ਼ਾ ਉਹ ਗੁਰਸਿੱਖੀ ਮਰਿਆਦਾ 'ਚ ਹੋ, ਨਾ ਕਿ ਭੜਕੀਲੇ ਕੱਪੜੇ ਅਸੀਂ ਪਾਏ ਹੋਣ ਤੇ ਉਹ ਪਤਾ ਨਹੀਂ ਲੱਗੇ ਇੱਕ ਆਮ ਇੱਕ ਕੋਈ ਗਾਉਣ ਵਜਾਉਣ ਵਾਲਾ ਨੱਚਣ ਟੱਪਣ ਵਾਲਾ ਹੈ ਜਾਂ ਕੀਰਤਨੀ ਹੈ। ਸੋ ਇਸ ਲਈ ਸਾਡਾ ਪਹਿਰਾਵਾ ਜਿਹੜਾ ਹੈ ਗੁਰਸਿੱਖੀ ਮਰਿਆਦਾ ਦੇ ਵਿੱਚ ਹੋਵੇ। ਸੋ ਨੈਕਸਟ ਹੈ ਜੀ ਰਾਗ ਕੀ ਹੈ। ਹੁਣ ਰਾਗ ਵਾਲੇ ਪਾਸੇ ਅਸੀਂ ਚੱਲਦੇ ਹਾਂ ਕਿ ਗੁਰਬਾਣੀ ਸੰਗੀਤ ਰਾਗ ਬੇਸਡ ਹੈ। ਸੋ ਸਾਨੂੰ ਰਾਗ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਰਾਗ ਦੀ ਪਰਿਭਾਸ਼ਾ ਮੈਂ ਇਸ ਤਰ੍ਹਾਂ ਆਪ ਜੀ ਦੇ ਸਨਮੁਖ ਰੱਖ ਰਿਹਾ, ਨਿਯਮ ਅਨੁਸਾਰ ਕਿ ਰੂਲਸ ਦਾ ਧਿਆਨ ਹਮੇਸ਼ਾ ਰੱਖਣਾ ਹੈ। ਨਿਯਮ ਅਨੁਸਾਰ ਸੁਰ ਅਤੇ ਸ਼ਬਦ ਦੀ ਉਹ ਰਚਨਾ ਜਿਸ ਨੂੰ ਸੁਣਨ ਨਾਲ ਚਿੱਤ ਪ੍ਰਸੰਨ। ਸਟਾਰਟਿੰਗ ਦੇ ਵਿੱਚ ਮੈਂ ਲਫ਼ਜ਼ ਵਰਤੇ ਨੇ ਨਿਯਮ ਅਨੁਸਾਰ ਕਿ ਰਾਗ ਇੱਕ ਜਿਹੜੀ ਹੈ, ਰਾਗ ਇੱਕ ਡਿਸਪਲਿਨ ਹੈ। ਉਹ ਡਿਸਪਲਿਨ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਰਚਨਾ ਨੂੰ ਕਿਸੇ ਵੀ ਸ਼ਬਦ ਨੂੰ ਗਾਵਾਂਗੇ ਉਦੋਂ ਹੀ ਉਹ ਰਾਗ ਕਹਿਲਾਏਗਾ, ਨਹੀਂ ਤਾਂ ਉਹ ਰਾਗ ਨਹੀਂ ਕਹਿਲਾਏਗਾ। ਸੋ ਨੈਕਸਟ ਇਜ਼ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਕੀ ਤਰਤੀਬ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰਬਾਣੀ ਸੰਗੀਤ ਦੇ ਵਿੱਚ 31 ਸ਼ੁੱਧ ਰਾਗ ਹਨ ਤੇ ਜਿਵੇਂ ਕੁਝ ਨਾਮ ਹੈ ਲਿਖਿਆ ਆਪ ਜੀ ਦੇ ਸਾਹਮਣੇ ਕਿ ਸ਼੍ਰੀ ਰਾਗ, ਮਾਝ, ਗੌੜੀ, ਆਸਾ, ਹੈ ਨਾ, ਦੇਵ ਗੰਧਾਰੀ। ਸੋ ਇਸ ਤਰ੍ਹਾਂ 31 ਜਿਹੜੇ ਉਹਦੇ ਸ਼ੁੱਧ ਰਾਗ ਹਨ। ਉਸ ਤੋਂ ਬਾਅਦ 31 ਸ਼ੁੱਧ ਰਾਗ ਤੋਂ ਇਲਾਵਾ ਗੁਰਬਾਣੀ ਸੰਗੀਤ ਦੇ ਆਧਾਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਉਪ ਰਾਗ ਵੀ, ਜਿਸ ਨੂੰ ਕਿ ਕੀਰਤਨਕਾਰ 4 ਸਟੇਜਾਂ ਦੇ ਵਿੱਚ ਉਹਨੂੰ ਡਿਫਾਈਨ ਕਰਦੇ ਹਨ, ਉਹਨੂੰ ਵੰਡਦੇ ਹਨ। ਪਹਿਲਾ ਹੈ ਜੀ ਮਿਸ਼ਰਿਤ ਰਾਗ। ਮਿਸ਼ਰਿਤ ਰਾਗ ਤੋਂ ਭਾਵ ਜਿਹਦੇ ਵਿੱਚ 2 ਰਾਗਾਂ ਦਾ ਮਿਕਸਚਰ ਹੋ। ਸਪੋਜ਼ ਰਾਗ ਹੈ ਗੌੜੀ ਭੀ, ਸੋਰਠ ਭੀ, ਤੇ ਉਹਦੇ ਵਿੱਚ ਗੌੜੀ ਵੀ ਹੈ ਤੇ ਉਹਦੇ ਵਿੱਚ ਸੋਰਠ ਰਾਗ ਵੀ ਹੈ। ਸੋ ਦੋਨੋਂ ਰਾਗਾਂ ਦਾ ਜਿਹੜਾ ਮਿਕਸਚਰ ਹੈ ਉਹ ਫਿਰ ਗੌੜੀ ਭੀ ਤੇ ਸੋਰਠ ਭੀ ਕਹਿਲਾਏਗਾ। ਸੋ ਉਹਨੂੰ ਅਸੀਂ ਕਹਿੰਦੇ ਹਾਂ ਮਿਸ਼ਰਿਤ ਰਾਗ। ਤੇ ਗੁਰਬਾਣੀ ਸੰਗੀਤ ਦੇ ਵਿੱਚ ਮਿਸ਼ਰਿਤ ਰਾਗ ਕਿੰਨੇ ਹਨ? 15। ਇਸੇ ਤਰ੍ਹਾਂ ਦੂਸਰਾ ਪ੍ਰਕਾਰ ਹੈ ਜੀ ਰਾਗ ਪ੍ਰਕਾਰ, ਜਿਹਦੇ ਵਿੱਚ ਕੀ 6 ਰਾਗ ਆਉਂਦੇ ਹਨ। ਜਿਵੇਂ ਐਗਜ਼ਾਮਪਲ ਦੇ ਲਈ ਗੌੜੀ ਬੈਰਾਗਣ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਬਿਲਾਵਲ ਮੰਗਲ। ਇਹ ਰਾਗਾਂ ਦੇ ਪ੍ਰਕਾਰ ਹਨ। ਤੇ ਤੀਸਰਾ ਹੈ ਦੱਖਣੀ ਰਾਗ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਦੱਖਣੀ ਰਾਗ ਦਰਜ ਹਨ। ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ 2 ਪੱਧਤੀਆਂ ਕੰਮ ਕਰਦੀਆਂ ਹਨ। ਇੱਕ ਹੈ ਹਿੰਦੁਸਤਾਨੀ ਪੱਧਤੀ ਤੇ ਦੂਸਰਾ ਹੈ ਕਰਨਾਟਕੀ ਪੱਧਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰਾਗ ਦੱਖਣੀ ਰਾਗ ਦੇ ਹੈਡਿੰਗ ਥੱਲੇ ਆਉਂਦੇ ਨੇ ਤੇ ਉਹਨੂੰ ਜਿਹੜਾ ਹੈਗਾ ਹੈ ਕਿ ਗਾਉਣ ਦੀ ਤਾਕੀਦ ਗੁਰਬਾਣੀ ਨਿਯਮ ਦੇ ਅਨੁਸਾਰ ਦੱਖਣ ਦੇ ਵਿੱਚ, ਜਿਵੇਂ ਉਹਦੀ ਭਾਵ ਕਿ ਕਰਨਾਟਕੀ ਪੱਧਤੀ ਦੇ ਵਿੱਚ ਜਿਵੇਂ ਉਸ ਰਾਗ ਨੂੰ ਗਾਉਣ ਦੀ ਹਦਾਇਤ ਹੈ, ਉਂਝ ਹੀ ਗੁਰੂ ਸਾਹਿਬ ਨੇ ਸਾਨੂੰ ਵੀ ਗਾਉਣ ਦੀ ਤਾਕੀਦ ਕੀਤੀ ਕਿ ਗੌੜੀ ਤੇ ਹੈ ਹੀ ਹੈ, ਪਰ ਇੱਕ ਗੌੜੀ ਦੱਖਣ ਦੇ ਵਿੱਚ ਵੀ ਗਾਈ ਜਾਂਦੀ ਹੈ। ਉਂਝ ਉਸ ਗੌੜੀ ਨੂੰ ਗਾਉਣਾ, ਤੁਸੀਂ ਵਡਹੰਸ ਨੂੰ ਉਂਝ ਗਾਉਣਾ, ਬਿਲਾਵਲ ਨੂੰ ਉਂਝ ਗਾਉਣਾ। ਸੋ ਇਸੇ ਤਰ੍ਹਾਂ ਚੌਥਾ ਪ੍ਰਕਾਰ ਹੈ ਜੀ ਸੁਤੰਤਰ ਰਾਗ। ਸੁਤੰਤਰ ਰਾਗ ਤੋਂ ਭਾਵ ਕਿ ਜਿਵੇਂ ਰਾਗ ਆਸਾ ਦੇ ਵਿੱਚ ਰਾਗ ਅਸਾਵਰੀ ਹੈ। ਹੁਣ ਰਾਗ ਆਸਾ ਤੇ ਅਸਾਵਰੀ ਦਾ ਕੋਈ ਮੇਲ ਨਹੀਂ ਹੈ। ਅਸਾਵਰੀ ਇੱਕ ਆਪਣੇ ਆਪ ਦੇ ਵਿੱਚ ਸੁਤੰਤਰ ਰਾਗ ਹੈ। ਸੋ ਇਸ ਲਈ ਗੁਰਬਾਣੀ ਦੇ ਜਿਹੜੇ ਕੀਰਤਨਕਾਰ ਹੈ, ਉਸਤਾਦ ਕੀਰਤਨੀ, ਉਹਨਾਂ ਨੇ ਉਸ ਰਾਗਾਂ ਨੂੰ ਸੁਤੰਤਰ ਰਾਗਾਂ ਦੀ ਗਣਨਾ ਦੇ ਵਿੱਚ ਰੱਖਿਆ ਤੇ ਉਹਦੀ ਸੰਖਿਆ ਹੈਗੀ ਹੈ 4। ਸੋ ਇਸ ਤਰ੍ਹਾਂ ਸਾਨੂੰ ਪ੍ਰਾਪਤ ਹੁੰਦੇ ਹਨ ਗੁਰਬਾਣੀ ਸੰਗੀਤ ਦੇ 31 ਉਪ ਰਾਗ। ਸੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਕਿਹੜੇ ਰਾਗਾਂ ਦੇ ਵਿੱਚ, ਕਿੰਨੇ ਰਾਗਾਂ ਦੇ ਵਿੱਚ ਦਰਜ ਹੈ? ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ 19 ਰਾਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਇੱਥੇ ਜ਼ਿਕਰ ਕਰਾਂਗਾ ਮੈਂ, ਕਿਉਂਕਿ ਉਹ 62 ਸ਼ਲੋਕ ਨੇ ਅਤੇ ਉਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਅਦ ਦੇ ਵਿੱਚ 12 ਦੇ ਵਿੱਚ ਅਤੇ ਉਸ ਤੋਂ ਜਿਹੜੇ ਬਾਅਦ ਬਚ ਗਏ ਸੀ ਉਹਨੂੰ 12 ਤੋਂ ਵਧੇਕ ਦੇ ਵਿੱਚ ਦਰਜ ਕੀਤਾ ਹੈ। ਤੀਸਰਾ, ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ।
ਤੇ ਗੁਰੂ ਰਾਮਦਾਸ ਜੀ ਨੇ 29 ਰਾਗਾਂ ਦੇ ਵਿੱਚ ਇਹਨਾਂ ਦੀ ਬਾਣੀ ਦਰਜ ਹੈ ਅਤੇ ਸਭ ਤੋਂ ਵੱਧ ਰਾਗਾਂ ਦੇ ਵਿੱਚ ਬਾਣੀ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ 30 ਰਾਗਾਂ ਦੇ ਵਿੱਚ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਹੁਣ ਬੜਾ ਇੰਟਰਸਟਿੰਗ ਪੋਰਸ਼ਨ ਹੈ ਜੀ ਕਿ ਗੁਰਬਾਣੀ ਅਨੁਸਾਰ ਕਿਹੜਾ ਕੀਰਤਨੀਆ ਜਾਂ ਰਾਗੀ ਚੰਗਾ ਹੈ, ਕਿਉਂਕਿ ਆਮ ਤਾਂ ਅਸੀਂ ਗੱਲ ਕਰਦੇ ਹਾਂ ਉਹ ਤਾਂ ਬੜਾ ਸੋਹਣਾ ਕੀਰਤਨ ਕਰਦਾ ਹੈ, ਤੇ ਕੀਰਤਨ ਕਿਸ ਤਰ੍ਹਾਂ ਦਾ ਕੀਰਤਨ ਕਰਦਾ ਹੈ। ਸੋ ਆਓ ਅਸੀਂ ਗੁਰਬਾਣੀ ਦੇ ਅਨੁਸਾਰ ਦੇਖਦੇ ਹਾਂ ਕਿ ਕਿਹੜਾ ਕੀਰਤਨੀਆ ਚੰਗਾ ਹੈ। ਕੀ ਇੰਜ ਦਾ ਕੀਰਤਨੀਆ ਵੀ ਚੰਗਾ ਹੈ? ਗੁਰਬਾਣੀ ਕਹਿੰਦੀ ਹੈ ਬਹੁਤ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੇ ਪਾਏ ਦੁੱਖ ਪਾਵਣੇ। ਕਿ ਕਿਹੜਾ ਮਨੁੱਖ ਜਿਹੜਾ ਨਿਰੇ ਵਾਜੇ ਵਜਾਉਂਦਾ ਤੇ ਨਿਰੇ ਸਾਜ਼ਾਂ ਦੇ ਨਾਲ ਮਿਲ ਕੇ ਜਿਹੜਾ ਨਾਚ ਕਰਦਾ ਹੈ, ਬਹੁਤ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਤੇ ਨਾ ਤੇ ਆਪ ਹੀ ਸੁਣਦਾ ਉਹ ਪ੍ਰਮਾਤਮਾ ਦਾ, ਨਾ ਤੇ ਨਾ ਹੀ ਉਹਨੂੰ ਮਨ ਦੇ ਵਿੱਚ ਵਸਾਉਂਦਾ। ਕਿ ਇਹ ਜਿਹਾ ਰਾਗੀ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਹੈਗਾ ਕਿ ਉਹ ਪਰਿਪੂਰਨ ਹੈ, ਕਿ ਉਹ ਸੋਹਣਾ ਹੈ? ਨਹੀਂ। ਗੁਰੂ ਸਾਹਿਬ ਕਿਹੜੇ ਰਾਗੀ ਦੀ ਗੱਲ ਕਰਦੇ ਨੇ? ਸੋ ਆਓ ਉਹਦੀ ਗੱਲ ਕਰਦੇ ਹਾਂ ਜੀ। ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧਨ ਸੋ। ਕਿ ਉਹ ਜਿਹੜਾ ਕੀਰਤਨੀਆ, ਉਹ ਜਿਹੜਾ ਕੀਰਤਨਕਾਰ ਸਭ ਤੋਂ ਚੰਗਾ ਹੈ, ਜਿਹੜਾ ਸਰਵਵਿਆਪਕ ਪਰਮਾਤਮਾ ਦੇ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ ਅਤੇ ਮਾਇਆ ਦੇ ਧੰਦਿਆਂ ਨੂੰ ਛੱਡ ਕੇ, ਕਿ ਮਾਇਆ ਦੀ ਜਿਹੜੀ ਗਰਜ ਹੈ ਉਹਨੂੰ ਛੱਡ ਕੇ ਉਹ ਅਕਾਲ ਪੁਰਖ ਦਾ ਕੇਵਲ ਤਾਂ ਕੇਵਲ ਨਾਮ ਸਿਮਰਨ ਕਰਦਾ ਹੈ, ਉਹਦੀ ਕੀਰਤੀ ਕਰਦਾ ਹੈ, ਉਹੀ ਜਿਹੜਾ ਕੀਰਤਨੀਆ ਹੈ ਸੋਹਣਾ ਹੈ, ਉਹੀ ਕੀਰਤਨੀਆ ਸੁਚੱਜਾ ਹੈ, ਉਹੀ ਕੀਰਤਨੀਆ ਚੰਗਾ ਹੈ। ਸੋ ਇਸ ਤਰ੍ਹਾਂ ਸਾਨੂੰ ਗੁਰਬਾਣੀ ਕਹਿੰਦੀ ਹੈ ਕਿ ਕੀਰਤਨਕਾਰ ਸਾਨੂੰ ਕਿਹੋ ਜਿਹਾ ਚਾਹੀਦਾ। ਸੋ ਹੁਣ ਆਉਂਦੇ ਆ ਜੀ ਗੁਰਬਾਣੀ ਕੀਰਤਨ ਦਾ ਕੀਰਤਨ ਪਰੰਪਰਾ ਦੇ ਵਿੱਚ ਚੌਕੀਆਂ। ਹੁਣ ਕੀਰਤਨ ਤਾਂ ਸਾਨੂੰ ਸਮਝ ਆ ਗਿਆ, ਫਿਰ ਚੌਕੀਆਂ ਦੇ ਵਿੱਚ ਕੀਰਤਨ ਕਿਵੇਂ ਹੁੰਦਾ ਸੀਗਾ ਉਸ ਦੀ ਗੱਲ ਕਰਦੇ ਹਾਂ। ਵਿਦਵਾਨਾਂ ਨੇ ਚੌਕੀ ਪਰੰਪਰਾ ਨੂੰ 4 ਪੜਾਵਾਂ ਵਿੱਚ ਉਹਨੂੰ ਡਿਫਾਈਨ ਕੀਤਾ ਹੈ ਕਿ 4 ਪੜਾਅ ਉਹਦੇ ਮੰਨਦੇ ਨੇ। ਸਭ ਤੋਂ ਪਹਿਲੇ ਪੜਾਅ ਦੇ ਵਿੱਚ 4 ਸਟੇਜਸ ਹਨ ਕੀਰਤਨ ਚੌਕੀ ਪਰੰਪਰਾ ਦੇ। ਪਹਿਲੇ ਪੜਾਅ ਦੇ ਵਿੱਚ ਜਿਸ ਵੀ ਰਾਗ ਦੇ ਵਿੱਚ ਕੀਰਤਨ ਕੀਤਾ ਜਾਣਾ ਹੈ, ਉਸ ਰਾਗ ਵਿੱਚ 5 ਤੋਂ 7 ਮਿੰਟ ਦਾ ਲਹਿਰਾ ਜਾਂ ਸ਼ਾਨ ਵਜਾਇਆ ਜਾਂਦਾ, ਜਿਸ ਨਾਲ ਪਖਾਵਜੀ, ਜੋੜੀ ਵਾਲਾ ਜਾਂ ਤਬਲੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹੈ। ਦੇਖੋ ਕਿ ਇੱਥੇ ਗੁਰੂ ਸਾਹਿਬ ਨੇ ਬੜੀ ਕਮਾਲ ਦੀ ਗੱਲ ਹੈ ਕਿ ਜਿਹੜਾ ਕਿ ਤੁਹਾਡੀ ਕਲਾਕਾਰੀ ਹੈ, ਜੇ ਤੁਸੀਂ ਕਰਨੀ ਹੈ ਤੇ ਉਹਨੂੰ ਵੀ ਟਾਈਮ ਦਿੱਤਾ ਹੈ ਗੁਰੂ ਸਾਹਿਬ ਨੇ ਕਿ ਤੁਸੀਂ 2-4 ਮਿੰਟ ਲਈ ਇੱਕ ਤਰ੍ਹਾਂ ਨਾਲ ਸਾਜ਼ਾਂ ਦੇ ਨਾਲ ਸੰਗਤ ਇੱਕ ਵਾਰੀ ਟਿਊਨ ਹੋ ਜਾਏ, ਟਿਊਨਅਪ ਹੋ ਜਾਏ ਅਤੇ ਗੁਰੂ ਚਰਨਾਂ ਵਿੱਚ ਇੱਕ ਤਰ੍ਹਾਂ ਦੇ ਨਾਲ ਸਾਜ਼ਾਂ ਦੀ ਹਾਜ਼ਰੀ ਲੱਗ ਜਾਏ। ਇਹ ਸਾਡਾ ਕੀਰਤਨ ਚੌਕੀ ਪਰੰਪਰਾ ਦਾ ਪਹਿਲਾ ਪੜਾਅ ਸੀ। ਦੂਸਰੇ ਪੜਾਅ ਵੱਲ ਚੱਲਦੇ ਹਾਂ। ਦੂਸਰੇ ਪੜਾਅ ਦੇ ਵਿੱਚ ਸਭ ਤੋਂ ਪਹਿਲਾਂ ਮੰਗਲਾਚਰਨ ਕੀਤਾ ਜਾਂਦਾ ਹੈ, ਜੋ ਕਿ ਤਾਲਬੱਧ ਵੀ ਹੋ ਸਕਦਾ ਹੈ ਤੇ ਬਿਨਾਂ ਤਾਲ ਦੇ ਵੀ ਕੀਤਾ ਜਾ ਸਕਦਾ ਹੈ। ਇਸ ਵਿੱਚ ਆਮਤਰ ਬੇਨਤੀ ਦੇ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਇਸ ਵਿੱਚ ਬੇਨਤੀ ਦੇ ਸ਼ਬਦ ਹੁੰਦੇ ਹਨ ਜਿਵੇਂ ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਪ੍ਰਭੂ, ਨਾਨਕ ਦੇ ਕਰ ਹੱਥ। ਇਸ ਪੜਾਅ ਦੇ ਵਿੱਚ ਮੰਗਲਾਚਰਨ ਕੀਤਾ ਜਾਂਦਾ ਹੈ। ਤੀਜੇ ਪੜਾਅ ਵਿੱਚ ਪਹਿਲਾ ਬੰਦਿਸ਼ ਧਰੂਪਦ ਧਮਾਰ ਅੰਗ ਜਾਂ ਖਿਆਲ ਅੰਗ ਵਿੱਚ। ਹੁਣ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਧਰੂਪਦ ਧਮਾਰ ਅੰਗ ਕੀ ਹੁੰਦਾ ਹੈ। ਆਮਤਰ ਸਾਡੇ ਕੀਰਤਨੀਏ ਕਹਿੰਦੇ ਜੀ ਕਿ ਇਹ ਜਿਹੜਾ ਹੈ ਨਾ ਕਿ ਗੁਰੂ ਸਾਹਿਬਾਨਾਂ ਦੁਆਰਾ ਕੀਤਾ ਹੋਇਆ ਕੀਰਤਨ ਹੈ ਜਿਹੜਾ ਅਸੀਂ ਕਰਦੇ, ਜਿਹੜੇ ਕੀਰਤਨੀਏ ਰਾਗਾਤਮਕ ਕੀਰਤਨ ਕਰਦੇ ਨੇ। ਪਰ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਗੁਰਬਾਣੀ ਜੋ ਅੱਜ ਗਾਇਨ ਕੀਤੀ ਜਾਂਦੀ ਹੈ ਉਹ ਜ਼ਿਆਦਾਤਰ ਖਿਆਲ ਅੰਗ ਦੀ ਕੀਰਤਨ, ਖਿਆਲ ਅੰਗ ਦਾ ਕੀਰਤਨ ਅੱਜ ਦੇ ਸਮੇਂ ਦੇ ਵਿੱਚ ਹੁੰਦਾ ਹੈ। ਜ਼ਿਆਦਾਤਰ ਕੀ 99% ਕੀਰਤਨ ਜਿਹੜਾ ਅਸੀਂ ਸੁਣਦੇ ਹਾਂ, ਜਿਹੜਾ ਕਲਾਸੀਕਲ ਕੀਰਤਨ ਸੁਣਦੇ, ਮੈਂ ਉਹਦੀ ਗੱਲ ਕਰ ਰਿਹਾ, ਉਹ ਜਿਹੜਾ ਖਿਆਲ ਅੰਗ ਵਾਲਾ ਕੀਰਤਨ ਅੱਜ ਦੀ ਡੇਟ ਦੇ ਵਿੱਚ ਹੁੰਦਾ ਹੈ। ਪਰ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਖਿਆਲ ਇੱਕ ਸਟਾਈਲ ਹੈ, ਇੱਕ ਸਿੰਗਿੰਗ ਸਟਾਈਲ ਹੈ
ਧਰੂਪਦ ਧਮਾਰ ਵੀ ਇੱਕ ਸਿੰਗਿੰਗ ਸਟਾਈਲ ਹੈ। ਖਿਆਲ ਦਾ ਜਿਹੜਾ ਅਵਿਸ਼ਕਾਰ ਹੈ ਉਹ 1719 ਤੋਂ ਬਾਅਦ ਹੁੰਦਾ ਹੈ। 17ਵੀਂ ਅਸੀਂ ਕਹਿ ਸਕਦੇ ਹਾਂ ਕਿ 1719 ਤੋਂ ਬਾਅਦ ਹੁੰਦਾ ਹੈ ਖਿਆਲ ਦਾ ਅਵਿਸ਼ਕਾਰ। ਪਰ ਜਦੋਂ ਅਸੀਂ ਗੁਰੂ ਨਾਨਕ ਦੇ ਕੀਰਤਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨੀ ਹੈ, ਸੋ ਉਹ ਸਿੰਗਿੰਗ ਸਟਾਈਲ ਜਿਹੜੀ ਹੈ ਉਹ ਧਰੂਪਦ ਧਮਾਰ ਹੈ। ਸੋ ਅੱਜ ਜਿਹੜਾ ਉਹ 99% ਸਾਨੂੰ ਸੁਣਨ ਨੂੰ ਨਹੀਂ ਮਿਲਦਾ ਹੈ। ਕਦੀ ਕਿਧਰੇ ਕੋਈ ਇੱਕ ਅੱਧੀ ਚੀਜ਼ ਸਾਨੂੰ ਸੁਣਨ ਮਿਲ ਜੇ ਧਰੂਪਦ ਧਮਾਰ ਦੀ, ਪਰ ਜਿਹੜਾ ਖਿਆਲ ਅੰਗ ਹੈ ਅੱਜ ਉਹ ਜ਼ਿਆਦਾ ਪ੍ਰਚਲਿਤ ਹੈ। ਤੇ ਅਸੀਂ ਕਮਿਟ ਇਹ ਕਰਦੇ ਹਾਂ ਕਿ ਅਸੀਂ ਗੁਰਬਾਣੀ ਜਿਹੜਾ ਕੀਰਤਨ ਕਰ ਰਹੇ ਹਾਂ ਉਹ ਗੁਰੂ ਨਾਨਕ ਦੀ ਪਰੰਪਰਾ ਦੇ ਨਾਲ ਕਰ ਰਹੇ ਹਾਂ। ਇਹ ਬਿਲਕੁਲ ਵੀ ਗਲਤ ਹੈ, ਕਿਉਂਕਿ ਖਿਆਲ ਦਾ ਅਵਿਸ਼ਕਾਰ ਹੀ 1700 ਤੋਂ ਬਾਅਦ ਹੋਇਆ, 1716 ਤੋਂ ਬਾਅਦ ਹੋਇਆ। ਇਸ ਲਈ ਸਾਨੂੰ ਹਮੇਸ਼ਾ ਅੱਛੇ ਕੀਰਤਨਕਾਰਾਂ ਦਾ ਸਾਡਾ ਜਿਹੜੇ ਸਮਾਜ ਦੇ ਵਿੱਚ ਜਾਂ ਸਾਡੇ ਜਦੋਂ ਸਮਾਗਮ ਹੋਣ ਉਹਦੇ ਵਿੱਚ ਉਹਨਾਂ ਦੀ ਅਸੀਂ ਪਹੁੰਚ ਕਰੀਏ ਤੇ ਉਹਨਾਂ ਨੂੰ ਬੁਲਾਈਏ ਜ਼ਰੂਰ, ਧਰੂਪਦ ਧਮਾਰ ਸ਼ੈਲੀ ਨੂੰ ਸੁਣੀਏ, ਜਿਸ ਨਾਲ ਕਿ ਅਸੀਂ ਗੁਰੂ ਨਾਨਕ ਦੇ ਕੀਰਤਨ ਦੇ ਨੇੜੇ ਪਹੁੰਚਣ ਦੀ ਇੱਕ ਛੋਟੀ ਜਿਹੀ ਪਹਿਲ ਕਰ ਸਕੀਏ। ਸੋ ਧਰੂਪਦ ਧਮਾਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਵੇਲੇ ਚਰਮ ਤੇ ਸੀਗਾ, ਜਦੋਂ ਕਿ ਗੁਰੂ ਨਾਨਕ ਨੇ ਕੀਰਤਨ ਆਰੰਭ ਕੀਤਾ ਉਦੋਂ ਧਰੂਪਦ ਧਮਾਰ ਅੰਗ ਨਾਲ ਹੀ ਕੀਰਤਨ ਕੀਤਾ ਜਾਂਦਾ ਸੀ। ਖਿਆਲ ਕੀਰਤਨ, ਖਿਆਲ ਅੰਗ ਬਾਅਦ ਦੇ ਵਿੱਚ ਆਇਆ। ਪਰ ਤੀਜੇ ਪੜਾਅ ਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਧਰੂਪਦ ਧਮਾਰ ਅੰਗ ਜਾਂ ਖਿਆਲ ਅੰਗ ਦੇ ਵਿੱਚ ਮੱਧ ਲੈ ਅਤੇ ਦ੍ਰੁਤ ਲੈ ਵਿੱਚ ਸ਼ਬਦ ਬੰਦਿਸ਼ ਦਾ ਗਾਇਨ ਕਰਦੇ। ਮੱਧ ਲੈ ਤੋਂ ਭਾਵ ਸਪੀਡ ਅਪ, ਸਪੀਡ ਕਿ ਸਪੀਡ ਜਿਹੜੀ ਇੱਕ ਮੱਧ ਲੈ ਦੀ ਸਪੀਡ, ਮਿਡਲ ਜਿਹੜੀ ਸਪੀਡ ਉਹਦੀ ਲੈ ਦੀ, ਤੇ ਫਾਸਟ ਤੇ ਸ਼ਬਦ ਬੰਦਿਸ਼ ਦਾ ਗਾਇਨ ਕਰਦੇ ਆ। ਅਤੇ ਅੰਤ ਵਿੱਚ ਕੈਰਵਾ ਜਾਂ ਦਾਦਰਾ ਹੋਰ ਤਾਲਾਂ ਵਿੱਚ ਸ਼ਬਦ ਗਾਇਨ ਕਰਨਾ ਹੁੰਦਾ ਹੈ। ਤੀਜੇ ਪੜਾਅ ਦੇ ਵਿੱਚ ਅਸੀਂ ਇਹ ਕਰਦੇ ਹਾਂ। ਚੌਥੇ ਪੜਾਅ ਵਿੱਚ ਪੌੜੀ ਲਗਾ ਕੇ ਸਮਾਪਤੀ ਕੀਤੀ ਜਾਂਦੀ ਹੈ ਕਿ ਅਸੀਂ ਆਮ ਕਰਕੇ ਅੱਜ ਵੀ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨ ਸੁਣੀਏ ਤਾਂ ਹਮੇਸ਼ਾ ਉਹ ਪੌੜੀ ਲਗਾ ਕੇ ਅਸੀਂ ਸਮਾਪਤੀ ਅੱਜ ਵੀ ਅਸੀਂ ਸੁਣਦੇ ਹਾਂ। ਸੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ 4 ਚੌਂਕੀਆਂ ਦੀ ਮਰਿਆਦਾ ਕਾਇਮ ਕੀਤੀ ਸੀ। ਇਹ ਚੌਂਕੀ ਪਰੰਪਰਾ ਜਿਹੜੀ ਸਾਨੂੰ ਦਿੱਤੀ ਹੈ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਦਿੱਤੀ ਹੋਈ ਹੈ। ਸੋ ਉਸ ਵੇਲੇ 4 ਚੌਂਕੀਆਂ ਇਸ ਪ੍ਰਕਾਰ ਹੁੰਦੀਆਂ ਸਨ। ਸਵੇਰੇ ਆਸਾ ਕੀ ਵਾਰ ਦੀ ਚੌਂਕੀ, ਦੂਸਰਾ ਸਵਾ ਪਹਿਰ ਦਿਨ ਚੜੇ ਬਿਲਾਵਲ ਦੀ ਚੌਂਕੀ, ਤੀਸਰਾ ਸ਼ਾਮ ਦੇ ਟਾਈਮ ਦੇ ਵਿੱਚ ਸੋਧਰ ਦੀ ਚੌਂਕੀ, ਅਤੇ ਚੌਥਾ ਕਲਿਆਣ ਦੀ ਚੌਂਕੀ। ਗੁਰੂ ਅਰਜਨ ਪਾਤਸ਼ਾਹ ਜੀ ਦੇ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਇਹ ਚੌਂਕੀਆਂ ਦੀ ਮਰਿਆਦਾ ਸੀ। ਸੋ ਉਸ ਤੋਂ ਬਾਅਦ ਆਓ ਜੀ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ, ਡਿਵੀਜ਼ਨ ਤੋਂ ਪਹਿਲਾਂ ਇੱਥੇ ਰਾਗੀਆਂ ਦੀਆਂ 8 ਚੌਂਕੀਆਂ ਅਤੇ ਰਬਾਬੀਆਂ ਦੀਆਂ 7 ਚੌਂਕੀਆਂ ਸਨ। ਪਰ ਹੁਣ ਕਿਉਂਕਿ ਹੁਣ ਰਬਾਬੀ ਰਹੇ ਨਹੀਂ ਤੇ ਇਸ ਕਰਕੇ ਸਾਰੀਆਂ ਜਿਹੜੀਆਂ 15 ਦੀਆਂ 15 ਚੌਂਕੀਆਂ ਨੇ ਉਹ ਸਾਰੀਆਂ ਰਾਗੀਆਂ ਦੀਆਂ ਹੀ ਚੌਂਕੀਆਂ ਹੋ ਗਈਆਂ। ਸੋ ਇਸ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ 9 ਚੌਂਕੀਆਂ ਗਾਈਆਂ ਜਾਂਦੀਆਂ ਹਨ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ਸਟਾਰਟ ਹੋ ਜਾਂਦਾ ਹੈ 3 ਪਹਿਰੇ ਦੀ ਚੌਂਕੀ, ਜਦੋਂ ਕਿਵਾੜ ਖੁੱਲਣ ਤੋਂ ਪਹਿਲਾਂ ਦੀ ਚੌਂਕੀ ਹੈ। ਫਿਰ ਆਸਾ ਕੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਆਨੰਦ ਦੀ ਚੌਂਕੀ, ਚਰਨ ਕਮਲ ਦੀ ਚੌਂਕੀ, ਸੋਦਰ ਦੀ ਚੌਂਕੀ, ਆਰਤੀ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਾਨੜੀ ਦੀ ਚੌਂਕੀ ਜਾਂ ਸਮਾਪਤੀ ਦੀ ਚੌਂਕੀ। ਅਖੀਰ ਵੇਲੇ 9 ਚੌਂਕੀਆਂ ਗਾਈਆਂ ਜਾਂਦੀਆਂ ਹਨ। ਪਰੰਤੂ ਇੱਥੇ ਇੱਕ ਹੋਰ ਗੱਲ ਧਿਆਨ ਦੇ ਵਿੱਚ ਦੇਣ ਵਾਲੀ ਹੈ ਕਿ ਪ੍ਰੋਫੈਸਰ ਕਰਤਾਰ ਸਿੰਘ ਜੀ ਦੱਸਦੇ ਹਨ ਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਵਿੱਚ ਜਿਹੜੀ ਮਰਿਆਦਾ ਹੈ ਰੋਜ਼ਾਨਾ ਕੀਰਤਨ ਦੀ, ਉਹ 15 ਕੀਰਤਨ ਚੌਂਕੀਆਂ ਕੀਤੀਆਂ ਜਾਂਦੀਆਂ। ਪਰ ਆਪ ਦੇ ਅਨੁਸਾਰ ਬਿਲਾਵਲ ਦੀ ਚੌਂਕੀ ਨੂੰ 4 ਚਰਨਾਂ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਕਿ ਬਿਲਾਵਲ ਦੀ ਚੌਂਕੀ ਜਿਹੜੀ ਇੱਕ ਵਾਰੀ ਸਟਾਰਟ ਹੁੰਦੀ ਤੇ 4 ਚਰਨਾਂ ਵਿੱਚ ਚੱਲਦੀ ਹੈ। ਇਸੇ ਤਰ੍ਹਾਂ ਚਰਨ ਕਮਲ ਦੀ ਚੌਂਕੀ ਨੂੰ ਵੀ ਅਸੀਂ 3 ਚਰਨਾਂ ਵਿੱਚ ਕਰਦੇ ਹਾਂ ਤੇ ਇੱਕ ਚੌਂਕੀ 3:20 ਤੋਂ ਲੈ ਕੇ 4:20 ਤੱਕ ਕੁਝ ਸਮੇਂ ਦੇ ਵਿੱਚ ਇਹਦੇ ਵਿੱਚ ਉਤਾਰ ਚੜਾਵ ਵੀ ਆਉਂਦੇ ਹਨ ਕਿਉਂਕਿ ਦਿਨ ਦੇ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ। ਪਰ 1 ਘੰਟੇ ਦੀ ਜਿਹੜੀ ਚੌਂਕੀ ਹੁੰਦੀ ਹੈ ਉਸ ਸਮੇਂ ਦੇ ਉਹ ਨੀਅਰ ਅਬਾਊਟ 3 to 4 ਦਾ ਟਾਈਮ ਜਿਹੜਾ ਹੁੰਦਾ ਹੈ, ਮਤਲਬ ਕਿ ਦੁਪਹਿਰ ਬਾਅਦ ਦਾ ਜਿਹੜਾ 3:20 ਤੋਂ ਲੈ ਕੇ 4:20 ਤੱਕ ਦਾ ਜਿਹੜਾ ਸਮਾਂ ਹੁੰਦਾ ਹੈ, ਉਹਦੇ ਵਿੱਚ ਰਾਗਾਂ ਦਾ ਅਨੁਸਾਰ, ਰਾਗ ਦੇ ਟਾਈਮ ਦੇ ਅਨੁਸਾਰ ਵਾਲਾ ਜਿਹੜਾ ਕੀਰਤਨ ਹੈਗਾ ਉਹ ਹੁੰਦਾ ਹੈ। ਇੱਕ ਚੌਂਕੀ ਇਹਦੀ ਹੁੰਦੀ ਹੈ। ਸੋ ਇਸ ਤਰ੍ਹਾਂ 4 ਹੋ ਗਈਆਂ ਬਿਲਾਵਲ ਦੀਆਂ ਚੌਂਕੀਆਂ, 3 ਹੋ ਗਈਆਂ ਚਰਨ ਕਮਲ ਦੀ ਚੌਂਕੀ,
ਤੇ ਇਹ ਹੋ ਗਏ 7 ਤੇ ਇੱਕ ਹੋ ਗਿਆ 8 8 ਇਹ ਚੌਂਕੀਆਂ ਹੋ ਗਈਆਂ। ਤੋਂ ਇਸ ਤੋਂ ਇਲਾਵਾ ਸਾਨੂੰ ਇੱਥੇ ਚੌਂਕੀਆਂ ਸੀਗੀਆਂ ਕਿ ਇਹਦੇ ਵਿੱਚ ਬਿਲਾਵਲ ਦੀ ਚੌਂਕੀ ਹੋ ਗਈ 4, ਚਰਨ ਕਮਲ ਦੀ ਚੌਂਕੀ ਹੋ ਗਈ 3, ਉਹ ਐਕਸਟੈਂਡ ਹੋ ਗਈ ਤੇ ਇੱਕ ਚੌਕੀ ਹੋਰ ਐਡ ਹੋ ਗਈ 320 ਤੋਂ ਲੈ ਕੇ 420 ਤੱਕ। ਇੱਕ ਰਾਗ ਦੇ ਸਮੇਂ ਦੇ ਅਨੁਸਾਰ ਉਹਦੇ ਵਿੱਚ ਰਾਗ ਦਾ ਗਾਇਨ ਹੁੰਦਾ ਸੀਗਾ। ਇਸ ਤਰ੍ਹਾਂ 15 ਚੌਕੀਆਂ ਜਿਹੜੀਆਂ ਹੁਣ ਦੇ ਟਾਈਮ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਹੁੰਦੀ ਹੈ। ਸੋ ਚੌਕੀ ਪਰੰਪਰਾ ਨੂੰ ਪ੍ਰੋਪਰਲੀ ਜਿਹੜੇ ਨਿਭਾ ਰਹੇ ਹਨ, ਚਾਰੋਂ ਚਰਨ ਦਾ ਕੀਰਤਨ ਕਰਦੇ ਹਨ, ਚਾਰੋਂ ਚਰਨ ਆਪਣੀ ਕੀਰਤਨ ਹਾਜ਼ਰੀ ਦੇ ਦੌਰਾਨ ਲਗਾਉਂਦੇ ਹਨ। ਉਹ ਇੱਕੋ ਇੱਕ ਮੈਨੂੰ ਜਿਹੜੇ ਨਜ਼ਰ ਆਉਂਦੇ ਹਨ ਉਹ ਭਾਈ ਰਣਧੀਰ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਹਰਮੰਦਰ ਸਾਹਿਬ। ਪਰ ਅੱਜ ਦੇ ਟਾਈਮ ਦੇ ਵਿੱਚ ਇਹ ਵੀ ਹੁਣ ਰਿਟਾਇਰ ਹੋ ਚੁੱਕੇ ਨੇ SGPC ਤੋਂ। ਹੁਣ ਮੇਰੀ ਨਜ਼ਰ ਦੇ ਵਿੱਚ ਕੋਈ ਵੀ ਅਜਿਹਾ ਰਾਗੀ ਨਹੀਂ ਹੈ ਜਿਹੜਾ ਕਿ ਗੁਰੂ ਸਾਹਿਬਾਨਾਂ ਦੁਆਰਾ ਚਲਾਈ ਹੋਈ ਕੀਰਤਨ ਚੌਕੀ ਪਰੰਪਰਾ ਨੂੰ ਪ੍ਰੋਪਰਲੀ ਨਿਭਾ ਰਿਹਾ ਹੈ। ਸੋ ਮੇਰੀ ਇਹ ਗੁਜ਼ਾਰਿਸ਼ ਹੈ ਅਤੇ ਅਰਦਾਸ ਵੀ ਹੈ ਕਿ ਇਹ ਜਿਹੜੀਆਂ ਚੌਕੀਆਂ ਪਰੰਪਰਾਵਾਂ ਜਾਂ ਸਾਡੇ ਕੀਰਤਨ ਦੀਆਂ ਮਰਿਆਦਾਵਾਂ ਸੀਗੀਆਂ ਸਾਡੀਆਂ, ਉਹ ਕਿਤੇ ਕੇਵਲ ਤਾਂ ਕੇਵਲ ਗੱਲਾਂ ਕਰਨ ਜੋਗਾ ਜਾਂ ਕਿਤਾਬਾਂ ਦੇ ਵਿੱਚ ਹੀ ਨਾ ਰਹਿ ਜਾਏ। ਸਾਨੂੰ ਸਾਰਿਆਂ ਨੂੰ ਮਿਲ ਕੇ ਗੁਰੂ ਚਰਨਾਂ ਵਿੱਚ ਜਿੱਥੇ ਅਰਦਾਸ ਕਰਨੀ ਹੈ, ਸਾਨੂੰ ਇਹਦੇ ਲਈ ਉਦਮ ਉਪਰਾਲੇ ਵੀ ਕਰਨੇ ਚਾਹੀਦੇ ਹਨ ਕਿ ਅਸੀਂ ਗੁਰਬਾਣੀ ਕੀਰਤਨ ਨੂੰ ਕਿਵੇਂ ਹੋਰ ਅੱਗੇ ਲੈ ਕੇ ਜਾਈਏ, ਕਿਵੇਂ ਜਿਹੜੀਆਂ ਸਾਡੀਆਂ ਗਾਇਨ ਸ਼ੈਲੀਆਂ ਜਾਂ ਕੀਰਤਨ ਚੌਕੀ ਪਰੰਪਰਾ ਨੂੰ ਅਸੀਂ ਮੁੜ ਸੁਰਜੀਤ ਕਰ ਸਕੀਏ ਅਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਆਪਣੇ ਨਿਵੇਕਲੇ ਖਜ਼ਾਨੇ, ਵੱਡਮੁੱਲੇ ਖਜ਼ਾਨੇ ਦੇ ਨਾਲ ਜੋੜ ਸਕੀਏ ਤੇ ਉਹਨਾਂ ਨੂੰ ਅਸੀਂ ਦੱਸ ਸਕੀਏ ਕਿ ਅਸੀਂ ਕਿੱਡੇ ਵੱਡੇ ਖਜ਼ਾਨੇ ਦੇ ਮਾਲਕ ਹਾਂ ਤੇ ਤੁਸੀਂ ਵੀ ਮਾਲਕ ਬਣੋ। ਅਸੀਂ ਇਸੇ ਆਸ ਦੇ ਵਿੱਚ ਅੱਜ ਦੀ ਜਿਹੜੀ ਇਹ ਅਸੀਂ ਜਿਹੜਾ ਅੱਜ ਦੀ ਪ੍ਰੈਜੈਂਟੇਸ਼ਨ ਨੂੰ ਆਪਾਂ ਸਮਾਪਤ ਕਰਦੇ ਹਾਂ ਜੀ। ਭੁੱਲਾਂ ਦੇ ਲਈ ਆਪ ਜੀ ਸਾਰਿਆਂ ਦੇ ਸਾਹਮਣੇ ਖਿਮਾ ਦੇ ਜਾਚਕ ਹਾਂ, ਕਿਉਂਕਿ ਆਪਣਿਆਂ ਦੇ ਸਾਹਮਣੇ ਗੱਲ ਕਰਨੀ ਜਿਨ੍ਹਾਂ ਤੋਂ ਤੁਸੀਂ ਪੜ੍ਹੇ ਹੁੰਦੇ ਹੋ, ਤੇ ਖਾਸ ਕਰਕੇ ਮੇਰੇ ਸਾਰੇ ਇੱਥੇ ਸੀਨੀਅਰਸ ਵੀ ਨੇ ਤੇ ਮੇਰੇ ਟੀਚਰਸ ਨੇ, ਉਹਨਾਂ ਦੇ ਸਾਹਮਣੇ ਥੋੜਾ ਬੋਲਣਾ ਭਾਵੇਂ ਤੁਹਾਨੂੰ ਆਉਂਦਾ ਵੀ ਹੋਵੇ ਤੇ ਬੋਲਣਾ ਜਿਹੜਾ ਹੈ ਉਹ ਥੋੜਾ ਮੁਸ਼ਕਿਲ ਪੈਂਦਾ ਹੈ। ਇਸ ਲਈ ਖਿਮਾ ਦੇ ਜਾਚਕ ਹਾਂ ਜੀ। ਤੇ ਜੇ ਕੁਝ ਵਧੀਆ ਹੋਇਆ ਉਹ ਗੁਰੂ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਲਈ ਹੈ। ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।